ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ। ਬਹੁਤ ਸਾਰੇ ਭੈਣ ਭਾਈ ਨੇ ਜੋ ਲੰਬੇ ਸਮੇਂ ਤੋਂ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਇਹ ਕਿਹੜੀ ਚਰਚ ਆ, ਕਿੱਥੇ ਚਰਚ ਆ, ਸਿਸਟਰ ਕੌਣ ਨੇ, ਕਿਹੜੀ ਜਗ੍ਹਾ ਤੋਂ ਨੇ, ਕੀ ਨਾਮ ਆ, ਕੀ ਉਮਰ ਆ, ਕੀ ਕਰਦੇ ਨੇ। ਬਹੁਤ ਸਾਰੇ ਸਵਾਲ ਨੇ ਔਰ ਕੀ ਮੇਰੀ ਜ਼ਿੰਦਗੀ ਦੀ ਕਹਾਣੀ ਰਹੀ ਹੋਏਗੀ। ਅੱਜ ਆਪਾਂ ਸਾਰੇ ਹੀ ਸਵਾਲਾਂ ਦੇ ਜਵਾਬਾਂ ਨੂੰ ਜਾਣਾਂਗੇ ਕਿ ਮੇਰੀ ਜ਼ਿੰਦਗੀ ਕਿੱਦਾਂ ਸ਼ੁਰੂ ਹੋਈ ਔਰ ਕਿੰਨਾ ਹਾਲਾਤਾਂ ਵਿੱਚੋਂ ਲੰਘਦੇ ਹੋਏ ਅੱਜ ਮੈਂ ਇੱਕ ਕੰਮ ਦੇ ਵਿੱਚ ਹਾਂ ਔਰ ਆਮ ਜ਼ਿੰਦਗੀ ਤੋਂ ਮਸੀਹੀ ਜ਼ਿੰਦਗੀ ਤੱਕ ਦੇ ਸਫ਼ਰ ਨੂੰ ਜਾਣਾਂਗੇ। ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪਿਆਰ ਭਰੀ ਜੈਮਸੀ ਦੀ। ਸਭ ਤੋਂ ਪਹਿਲਾਂ ਮੇਰਾ ਨਾਮ ਮਨਪ੍ਰੀਤ ਕੌਰ ਆ। ਮੈਂ 26 ਸਾਲ ਦੀ ਹਾਂ ਔਰ ਮੈਂ ਫਰੀਦਕੋਟ ਸ਼ਹਿਰ ਦੇ ਇੱਕ ਬਹੁਤ ਹੀ ਛੋਟੇ ਜਿਹੇ ਪਿੰਡ ਪਹਿਲੂਵਾਲਾ ਤੋਂ ਬਿਲੋਂਗ ਕਰਦੀ ਹਾਂ। ਮੇਰੀ ਫੈਮਿਲੀ ਦੇ ਵਿੱਚ 6 ਮੈਂਬਰ ਸੀ। ਮੇਰੇ ਮੰਮਾ ਪਾਪਾ ਸੀ, 2 ਸਿਸਟਰ ਔਰ 2 ਬ੍ਰਦਰ। ਮੇਰੇ ਤੋਂ ਛੋਟੇ ਇੱਕ ਬ੍ਰਦਰ ਦੀ ਡੈਥ ਹੋ ਗਈ ਸੀ ਔਰ ਜਿਸ ਕਰਕੇ ਹੁਣ ਅਸੀਂ 5 ਮੈਂਬਰ ਹਾਂ ਔਰ ਮੈਂ ਅਨਮੈਰਿਡ ਹਾਂ। ਹਜੇ ਮੇਰੀ ਮੈਰਿਜ ਨਹੀਂ ਹੋਈ। ਔਰ ਚਰਚ ਦੇ ਬਾਰੇ ਜਾਣਾਂਗੇ ਤਾਂ ਚਰਚ ਹਜੇ ਮੇਰੇ ਕੋਲ ਕੋਈ ਚਰਚ ਦੇ ਲਈ ਜਗ੍ਹਾ ਨਹੀਂ ਆ, ਨਾ ਹੀ ਮੈਂ ਕਦੇ ਚਰਚ ਬਣਾਉਣ ਬਾਰੇ ਕਦੀ ਸੋਚਿਆ ਆ। ਮੈਂ ਇੱਕ ਬਹੁਤ ਛੋਟੀ ਜਿਹੀ ਸ਼ੁਰੂਆਤ ਕੀਤੀ ਸੀ ਇੱਕ ਚੈਨਲ ਦੇ ਦੁਆਰਾ ਔਰ ਉਹ ਸਾਰੀ ਲਾਈਫ ਨੂੰ ਜਾਣਨ ਦੇ ਲਈ ਆਪਾਂ ਪਹਿਲਾਂ ਸਟਾਰਟਿੰਗ ਤੋਂ ਸ਼ੁਰੂ ਕਰਾਂਗੇ ਕਿ ਪਹਿਲਾਂ ਦੀ ਮੇਰੀ ਜ਼ਿੰਦਗੀ ਕਿੱਦਾਂ ਦੀ ਸੀ। ਮੈਂ ਬਹੁਤ ਛੋਟੀ ਜਿਹੀ ਹੀ ਸੀ ਜਦੋਂ ਤੋਂ ਮੇਰੇ ਮੰਮੀ ਪਾਪਾ ਬਹੁਤ ਜ਼ਿਆਦਾ ਮੁਸ਼ਕਿਲਾਂ ਮੁਸੀਬਤਾਂ ਦੇ ਵਿੱਚ ਘਿਰ ਗਏ। ਉਹਨਾਂ ਦੇ ਮੰਮੀ ਪਾਪਾ ਨੇ ਉਹਨਾਂ ਨੂੰ ਘਰ ਦੇ ਵਿੱਚੋਂ ਕੱਢ ਦਿੱਤਾ। ਸਾਰੇ ਭੈਣਾਂ ਭਰਾਵਾਂ ਨੇ ਆਪਸ ਵਿੱਚ ਮਿਲ ਵਰਤਣਾ ਛੱਡ ਦਿੱਤਾ। ਬੜੀ ਹੀ ਮੁਸ਼ਕਿਲ ਦੇ ਨਾਲ ਉਹਨਾਂ ਨੇ ਆਪਣੀ ਲਾਈਫ ਨੂੰ ਸਰਵਾਈਵ ਕੀਤਾ ਔਰ ਇਹ ਸਭ ਦੇ ਚੱਲਦੇ ਹੀ ਬਹੁਤ ਸਾਰੇ ਬਾਬਿਆਂ ਨੇ ਕਹਿ ਲਓ ਜਾਂ ਜਾਦੂ ਟੂਣੇ ਵਾਲਿਆਂ ਨੇ ਸਾਨੂੰ ਘੇਰ ਲਿਆ। ਮਤਲਬ ਮੰਮੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਟਰਗਲ ਰਿਹਾ ਆ। ਸ਼ੁਰੂ ਤੋਂ ਕਾਫੀ ਬਿਮਾਰ ਰਹੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਖੇਡ ਆਉਣ ਲੱਗ ਗਈ। ਪਹਿਲਾਂ ਇੱਕ ਬਾਬਾ ਸੀ, ਕਰਦੇ ਕਰਦੇ ਬਹੁਤ ਸਾਰੀਆਂ ਮਾਤਾ ਔਰ ਬਾਬੇ ਇੱਦਾਂ ਹੀ ਜੁੜਦੇ ਗਏ ਔਰ ਮੇਰੀ ਮੰਮਾ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਖੇਡ ਆਉਂਦੀ ਸੀ। ਉਹਨਾਂ ਦੀ ਜੀਭ ਬਾਹਰ ਨਿਕਲ ਜਾਂਦੀ ਸੀ, ਹੱਥ ਪੈਰ ਮੁੜ ਜਾਂਦੇ ਸਨ ਔਰ ਬੈੱਡ ਤੋਂ 1-1 ਫੁੱਟ ਉੱਚੇ ਉਛਲ ਜਾਂਦੇ ਸਨ। ਬਹੁਤ ਹੀ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਹੁੰਦੇ ਸਨ। ਇੱਥੋਂ ਤੱਕ ਕਿ ਘਰੋਂ ਵੀ ਭੱਜਦੇ ਹੁੰਦੇ ਸੀ ਜਦੋਂ ਉਹਨਾਂ ਨੂੰ ਖੇਡ ਆਉਂਦੀ ਸੀ। ਔਰ ਉਸ ਸਮੇਂ ਅਸੀਂ ਬਹੁਤ ਛੋਟੇ ਸੀ। ਮੈਨੂੰ ਉਸ ਸਮੇਂ ਕੁਝ ਜ਼ਿਆਦਾ ਸਮਝ ਨਹੀਂ ਸੀ, ਪਰ ਮੇਰੇ ਸਿਸਟਰ ਮੇਰੇ ਤੋਂ ਵੱਡੇ ਸਨ ਔਰ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਬਹੁਤ ਬੋਝ ਪਾਇਆ, ਜਿਹਦੇ ਕਰਕੇ ਉਹ ਬਹੁਤ ਸ਼ਾਈ ਜਿਹੇ ਹੋ ਗਏ ਨਿੱਕੇ ਸਮੇਂ ਤੋਂ ਹੀ ਔਰ ਛੋਟੀ ਉਮਰ ਤੋਂ ਹੀ ਉਹਨਾਂ ਨੂੰ ਕਾਫੀ ਸਾਰੀਆਂ ਬਿਮਾਰੀਆਂ ਹੋ ਗਈਆਂ। ਮੇਰੇ ਮੰਮੀ ਪਾਪਾ ਨੇ ਹਰ ਜਗ੍ਹਾ, ਜਿੱਦਾਂ ਇੱਕ ਇਨਸਾਨ ਆਪਣੀ ਜ਼ਿੰਦਗੀ ਨੂੰ ਸੋਲਵ ਕਰਨ ਦੇ ਲਈ ਹਰ ਹੱਥ ਪੈਰ ਮਾਰਦਾ, ਹਰ ਤਰੀਕੇ ਨਾਲ ਕੋਸ਼ਿਸ਼ ਕਰਦਾ ਹੈ, ਤਾਂ ਮੇਰੇ ਪੇਰੈਂਟਸ ਨੇ ਕੋਈ ਬਾਬਾ ਨਹੀਂ ਛੱਡਿਆ, ਕੋਈ ਮੰਦਰ ਮਸੀਤ ਨਹੀਂ ਛੱਡੇ। ਈਵਨ ਕਿ ਅਸੀਂ ਛੋਟੇ ਹੁੰਦੇ ਸੀ ਔਰ ਮੇਰੇ ਪਾਪਾ ਕੋਲੇ ਸਕੂਟਰ ਸੀਗਾ ਔਰ ਅਸੀਂ 6 ਮੈਂਬਰ ਹੋਣ ਦੇ ਕਰਕੇ ਸਾਰੇ ਹੀ ਬਹਿ ਕੇ ਨਹੀਂ ਸੀ ਜਾ ਸਕਦੇ। ਤਾਂ ਮੇਰੇ ਨਾਨਕਿਆਂ ਦੇ ਪਿੰਡ ਇੱਕ ਮੰਦਰ ਹੁੰਦਾ ਸੀ ਤਾਂ ਮੇਰੇ ਮੰਮੀ ਡੈਡੀ ਮੈਨੂੰ ਔਰ ਮੇਰੀ ਸਿਸਟਰ ਨੂੰ ਤਾਏ ਦੇ ਘਰੇ ਛੱਡ ਕੇ ਸ਼ਾਮ ਦੇ 6 ਵਜੇ ਤੋਂ 7 ਵਜੇ ਦੇ ਟਾਈਮ ਉਹਨਾਂ ਨੇ ਨਿਕਲਣਾ। ਰਾਤ ਨੂੰ ਮੰਦਰ ਦੇ ਵਿੱਚ ਚੌਂਕੀਆਂ ਭਰ ਕੇ ਆਉਣੀਆਂ ਔਰ ਸਵੇਰੇ 4 ਵਜੇ ਉੱਥੋਂ ਚੱਲਣਾ ਤਾਂ ਫਿਰ ਵਾਪਸ ਘਰੇ ਆਉਣਾ। ਮਤਲਬ ਇੱਦਾਂ ਦੇ ਹਾਲਾਤਾਂ ਦੇ ਵਿੱਚ ਰਹਿ ਕੇ ਵੀ ਉਹਨਾਂ ਨੇ ਉਹ ਸਭ ਕੁਝ ਕੀਤਾ। ਕੁਝ ਨਹੀਂ ਹੋਇਆ ਕਿਸੇ ਬਾਬੇ 'ਤੇ, ਕਿਸੇ ਜਗ੍ਹਾ 'ਤੇ, ਰਾਜਸਥਾਨ, ਹਰਿਆਣਾ, ਪਹਾੜਾਂ ਦੇ ਵਿੱਚ ਜਿੱਥੇ ਕਿਸੇ ਨੇ ਕਹਿਣਾ ਅਸੀਂ ਉੱਥੇ ਹੀ ਗਏ। ਇੰਨੇ ਗੰਦੇ ਕੰਮ ਸਾਡੇ ਤੋਂ ਕਰਵਾਏ ਉਹਨਾਂ ਨੇ ਕਿ ਕਦੇ ਬੱਕਰੇ ਵੜ ਦਿਓ, ਕਦੇ ਕੁੱਕੜ ਵੜ ਦਿਓ। ਇੱਥੋਂ ਤੱਕ ਕਿ ਇੱਕ ਮੇਰੇ ਫਾਦਰ ਨੇ ਇੱਕ ਸਮਾਂ ਅਜਿਹਾ ਵੀ ਸੀ ਕਿ ਜਦੋਂ ਰਾਤ ਦੇ ਸਮੇਂ ਦੇ ਵਿੱਚ ਦੱਸਿਆ ਗਿਆ ਕਿ ਕਾਲੀ ਕੁੱਕੜੀ ਨੂੰ ਲੈ ਕੇ ਜਾਓ ਸਿਵਿਆਂ ਦੇ ਵਿੱਚ, ਉਹਦੀ ਧੌਣ ਤੁਸੀਂ ਖੁਦ ਵੱਢ ਕੇ ਆਉਣੀ ਹੈ। ਔਰ ਇੱਦਾਂ ਦੇ ਕੰਮ ਮੇਰੇ ਘਰਦਿਆਂ ਨੇ ਕੀਤੇ ਉਸ ਮੁਸ਼ਕਿਲਾਂ ਮੁਸੀਬਤਾਂ 'ਚੋਂ ਨਿਕਲਣ ਦੇ ਲਈ। ਪਰ ਫਿਰ ਵੀ ਸਿਚੁਏਸ਼ਨ ਕਿਸੇ ਤਰੀਕੇ ਨਾਲ ਵੀ ਬਦਲੀ ਨਹੀਂ। ਮੇਰੇ ਮੰਮੀ ਨੂੰ ਖੇਡ ਆਉਂਦੇ ਮੇਰੇ ਪਾਪਾ ਦੇ ਸਿਰ 'ਤੇ ਵੀ ਖੇਡ ਆਉਣ ਲੱਗ ਗਈ। ਉਹ ਵੀ ਬਹੁਤ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਤੋੜ ਮਰੋੜਨ ਜਾਣ ਲੱਗ ਗਏ। ਉਹਨਾਂ ਦੇ ਵਿੱਚ ਵੀ ਕੁਝ ਬੋਲਣ ਲੱਗਾ ਕਿ ਇੱਦਾਂ ਤੁਸੀਂ ਮੈਨੂੰ ਮੰਨੋ, ਮੇਰੀ ਪੂਜਾ ਕਰੋ, ਤੁਹਾਡੇ ਘਰੇ ਮੰਦਿਰ ਬਣੇਗਾ, ਤੁਹਾਡੇ ਘਰੇ ਮੇਲੇ ਲੱਗਣਗੇ ਔਰ ਅਜਿਹੇ ਕੰਮ ਹੋਣ ਲੱਗੇ ਕਿ ਉਸ ਤੋਂ ਬਾਅਦ ਮੈਨੂੰ ਘਰ ਦੇ ਵਿੱਚ ਚੱਲਦਾ ਫਿਰਦਾ ਮਹਿਸੂਸ ਹੋਣਾ। ਅਗਰ ਮੈਂ ਤੁਰਨਾ ਤਾਂ ਮੈਨੂੰ ਲੱਗਣਾ ਮੇਰੇ ਨਾਲ ਕੋਈ ਚੱਲ ਰਿਹਾ, ਅਗਰ ਮੈਂ ਬੈਠੀ ਹੋਣਾ ਤਾਂ ਮੈਨੂੰ ਲੱਗਣਾ ਕਿ ਪਿੱਛੋਂ ਮੇਰਾ ਕੋਈ ਗਲਾ ਘੁੱਟਣ ਲੱਗਾ, ਜਾਂ ਫਿਰ ਮੈਂ ਬੈੱਡ ਦੇ ਕੋਲ ਖੜੀ ਤਾਂ ਮੈਨੂੰ ਇਹ ਲੱਗਣਾ ਕਿ ਬੈੱਡ ਦੇ ਥੱਲੋਂ ਕੋਈ ਮੇਰੀਆਂ ਲੱਤਾਂ ਖਿੱਚ ਰਿਹਾ ਆ। ਇੱਦਾਂ ਦੇ ਹਾਲਾਤ ਹੋਣੇ। ਸਾਨੂੰ ਆਪਣੇ ਹੀ ਘਰ ਵਿੱਚ ਡਰ ਲੱਗਣਾ ਔਰ ਇਹ ਸਾਡਾ ਘਰ ਸਾਨੂੰ ਖੰਡਰ ਲੱਗਦਾ ਹੁੰਦਾ ਸੀ। ਛੋਟੀ ਉਮਰ ਤੋਂ ਹੀ ਅਸੀਂ ਆਹ ਸਭ ਕੁਝ ਦੇਖਦੇ ਆ ਰਹੇ ਸੀ। ਹਰ ਨਾਕਾਮਯਾਬ ਕੋਸ਼ਿਸ਼ ਕੀਤੀ ਮੇਰੇ ਘਰਦਿਆਂ ਨੇ ਔਰ ਮੈਂ ਸ਼ੁਰੂ ਤੋਂ ਹੀ ਬਹੁਤ ਜ਼ਿੱਦੀ ਅਤੇ ਢੀਠ ਕਿਸਮ ਦੀ ਕੁੜੀ ਸੀ, ਜਿਨ੍ਹਾਂ ਨੂੰ ਨਾ ਤਾਂ ਮੈਨੂੰ ਘਰ ਦੇ ਕੰਮ 'ਚ ਕੋਈ ਇੰਟਰਸਟ ਸੀ, ਨਾ ਮੈਨੂੰ ਕਿਸੇ ਦੇ ਦੁੱਖ ਤਕਲੀਫ ਨਾ ਪ੍ਰੋਬਲਮ ਸੀ। ਮੈਂ ਬਹੁਤ ਹੀ ਜ਼ਿਆਦਾ ਜ਼ਿੱਦੀ ਸੀ। ਮੇਰੇ ਘਰਦਿਆਂ ਨੇ ਕਹਿਣਾ ਕਿ ਅਸੀਂ ਪਾਠ ਪੂਜਾ ਕਰਦੇ, ਤੂੰ ਕਿਉਂ ਨਹੀਂ ਕਰਦੀ? ਤਾਂ ਮੈਨੂੰ ਪਸੰਦ ਨਹੀਂ ਸੀ ਇਹ ਚੀਜ਼ਾਂ, ਮੈਂ ਕਰ ਹੀ ਨਹੀਂ ਸੀ ਪਾਉਂਦੀ ਕਿਉਂਕਿ ਮੈਂ ਆਪਣੀ ਮੰਮੀ ਦੀ ਹਾਲਤ ਜਦੋਂ ਵੇਖਦੀ ਸੀ ਤਾਂ ਮੈਨੂੰ ਰੱਬ ਤੋਂ ਨਫ਼ਰਤ ਹੋ ਗਈ। ਮੈਨੂੰ ਇਹ ਸੀ ਕਿ ਰੱਬ ਨਹੀਂ ਹੁੰਦਾ। ਜੇ ਕੋਈ ਰੱਬ ਕਿਸੇ ਨੂੰ ਇੰਨਾ ਦੁੱਖ ਤਕਲੀਫ ਦਿੰਦਾ ਉਹ ਰੱਬ ਨਹੀਂ ਹੋ ਸਕਦਾ।
ਉਹ ਕਿਹੜਾ ਰੱਬ ਆ ਜਿਹੜਾ ਚੀਕਾਂ ਮਾਰਦਾ ਆ, ਜਿਹੜਾ ਗੰਦੇ ਤਰੀਕੇ ਨਾਲ ਅੱਖਾਂ ਕੱਢ ਕੇ ਡਰਾਉਂਦਾ ਆ, ਇੰਨੇ ਬੁਰੇ ਤਰੀਕੇ ਨਾਲ ਤੋੜ ਮਰੋੜ ਕਰਦਾ ਆ? ਇਹ ਰੱਬ ਨਹੀਂ ਹੋ ਸਕਦਾ। ਅਗਰ ਇਹ ਰੱਬ ਆ ਤਾਂ ਮੈਨੂੰ ਰੱਬ ਨਹੀਂ ਚਾਹੀਦਾ, ਮੈਨੂੰ ਵਿਸ਼ਵਾਸ ਹੀ ਨਹੀਂ ਹੈ। ਔਰ ਇੱਦਾਂ ਕਰਦੇ ਮੈਂ ਹੋਰ ਵੀ ਚਿੜਚਿੜੇਪਨ ਦੇ ਵਿੱਚ ਬਦਲ ਗਈ, ਕਿਉਂਕਿ ਮੇਰੇ ਘਰਦਿਆਂ ਦੇ ਦੁਆਰਾ ਜੋ ਰੱਖ ਧਾਗਾ ਲੈ ਕੇ ਆਂਦਾ ਜਾਣਾ ਮੈਨੂੰ ਬੰਨ੍ਹਣ ਦੇ ਲਈ, ਮੇਰਾ ਵਿਸ਼ਵਾਸ ਹੀ ਨਾ ਹੋਣਾ। ਜਦ ਮੈਂ ਇੱਦਾਂ ਕਹਿਣਾ ਤਾਂ ਮੈਂ ਸੋਚਣਾ ਇੱਕ ਸਮੇਂ 'ਚ ਕਿ ਪਰਮੇਸ਼ਰ ਰੱਬ ਕੀ ਆ, ਕਿਹੜਾ ਰੱਬ ਆ ਆਖਰ। ਤਾਂ ਮੈਂ ਇਹ ਸੋਚਣ ਲੱਗੀ ਕਿ ਕੀ ਰੱਬ ਆ, ਕਿਹੋ ਜਿਹਾ ਰੱਬ ਆ ਜਿਹੜਾ ਬਲੀਆਂ ਦਿੰਦਾ ਆ, ਇੱਦਾਂ ਦੇ ਗੰਦੇ ਕੰਮ ਕਰਵਾਉਂਦਾ, ਚੋਰਾਂ ਦੀ ਤਰ੍ਹਾਂ ਅਸੀਂ ਕੰਮ ਕਰਦੇ ਹਾਂ, ਸਭ ਕੁਛ ਚੋਰੀ ਲੁੱਕ ਛਿਪ ਕੇ। ਅਗਰ ਰੱਬ ਆ ਤਾਂ ਉਹਨੂੰ ਕੀ ਡਰ ਆ? ਸ਼ੁਰੂ ਤੋਂ ਹੀ ਮੇਰੀ ਸੋਚ ਇੱਦਾਂ ਦੀ ਸੀ ਔਰ ਮੈਂ ਕੁਛ ਕਰ ਹੀ ਨਾ ਪਾਈ। ਮੇਰੀ ਸਿਸਟਰ ਬੜੀ ਡਰੀ ਸਹਿਮੀ ਰਹਿੰਦੀ ਸੀ, ਉਹਨੇ ਡਰਦੀ ਨੇ ਵਿਚਾਰੀ ਨੇ ਪਾਠ ਕਰਨਾ ਸੁਬਾਹ ਉੱਠ ਕੇ, ਪਤਾ ਨਹੀਂ ਕਿੰਨੇ 40 ਦਿਨਾਂ ਦੇ ਉਹਨੇ ਪਾਠ ਸੁੱਖ ਕੇ ਕਰਨੇ, ਅਤੇ ਉਹਨੇ ਮੈਨੂੰ ਵੀ ਕਹਿਣਾ, ਪਰ ਮੇਰਾ ਕੋਈ ਇੰਟਰਸਟ ਨਹੀਂ ਸੀ ਕਿਉਂਕਿ ਮੈਂ ਸ਼ੁਰੂ ਤੋਂ ਹੀ ਬਹੁਤ ਫਰੀ ਮਾਈਂਡ ਜੀ ਸੀ। ਮੈਨੂੰ ਖੇਡਣ ਕੁੱਦਣ ਮਸਤੀ ਕਰਨ ਦੇ ਵਿੱਚ ਜ਼ਿਆਦਾ ਧਿਆਨ ਸੀ, ਪਰਮੇਸ਼ਰ ਵੱਲ ਮੇਰਾ 1% ਵੀ ਧਿਆਨ ਨਹੀਂ ਸੀਗਾ ਕਿਉਂਕਿ ਮੈਂ ਛੋਟੀ ਸੀ, ਇਸ ਕਰਕੇ ਥੋੜ੍ਹੀ ਲਾਡਲੀ ਵੀ ਸੀਗੀ, ਤਾਂ ਕਰਕੇ ਮੈਨੂੰ ਇਹਨਾਂ ਚੀਜ਼ਾਂ ਦੀ ਜ਼ਿਆਦਾ ਸਮਝ ਵੀ ਹੈ ਨਹੀਂ ਸੀ। ਅੱਜ ਜਦੋਂ ਸਮਾਂ ਪੈਂਦਾ ਗਿਆ, ਹਾਲਾਤ ਬਦਲਦੇ ਗਏ, ਜਦੋਂ ਮੈਨੂੰ ਸਮਝ ਆਈ, ਮੈਂ ਖੁਦ ਰਿਅਲਾਈਜ਼ ਕੀਤਾ ਕਿ ਮੇਰੀ ਜ਼ਿੰਦਗੀ ਵੀ ਮੁਸ਼ਕਿਲਾਂ ਦੇ ਨਾਲ ਵੱਧਦੀ ਹੀ ਜਾ ਰਹੀ ਹੈ। ਨਵੇਂ ਤੋਂ ਨਵੀਂ ਮੁਸ਼ਕਿਲ, ਨਵੀਂ ਤੋਂ ਨਵੀਂ ਮੁਸੀਬਤ। ਹਰ ਸਾਲ ਜਨਵਰੀ, ਦਸੰਬਰ ਔਰ ਫਰਵਰੀ, ਇਹਨਾਂ 3 ਮਹੀਨਿਆਂ ਦੇ ਵਿੱਚੋਂ 1 ਮਹੀਨੇ ਦੇ ਵਿੱਚ ਮੈਨੂੰ ਅਜਿਹੀ ਬਿਮਾਰੀ ਹੁੰਦੀ ਸੀ ਕਿ ਮੇਰੇ ਸਾਹ ਤੱਕ ਆਖਰੀ ਸਾਹ ਵਾਲੀ ਹਾਲਤ ਹੋ ਜਾਂਦੀ ਸੀ ਕਿ ਇੱਕ ਟਾਈਮ 'ਤੇ ਡਾਕਟਰ ਵੀ ਜਵਾਬ ਦੇ ਦਿੰਦੇ ਸੀ। 1 ਸਾਲ ਹੋ ਗਿਆ, ਆਪਾਂ ਮੰਨਦੇ ਆ ਕਿ ਨੋਰਮਲ ਆ, 2 ਸਾਲ ਹੋ ਗਿਆ ਨੋਰਮਲ ਆ, 5-6 ਸਾਲ ਮੇਰੇ ਨਾਲ ਲਗਾਤਾਰ ਅਜਿਹਾ ਹੋਇਆ। ਇਹਨਾਂ 3 ਮਹੀਨਿਆਂ ਦੇ ਵਿੱਚ ਮੈਨੂੰ ਇੱਕ ਵਾਰ ਤਾਂ ਡਾਕਟਰ ਵੀ ਮਨਾ ਕਰ ਦਿੰਦਾ ਸੀ ਕਿ ਇਹ ਨਹੀਂ ਬਚੇਗੀ। ਮਤਲਬ ਹਰ ਸਾਲ ਮੇਰੇ 'ਤੇ ਇੰਨੀ ਭਿਅੰਕਰ ਬਿਮਾਰੀ, ਕਦੇ ਮੈਨੂੰ ਪੱਥਰੀਆਂ ਹੋ ਜਾਣੀਆਂ, ਕਦੇ ਮੇਰਾ ਪਾਣੀ ਖਤਮ ਹੋ ਜਾਣਾ, ਕਦੇ ਮੈਨੂੰ ਪੀਲੀਆ ਹੋ ਜਾਣਾ, ਔਰ ਅਜਿਹੇ ਰੋਗ ਹੋਣੇ। ਫਿਰ ਮੈਨੂੰ ਗੁਪਤ ਰੋਗ ਹੋਣੇ ਸ਼ੁਰੂ ਹੋ ਗਏ ਔਰ ਉਸ ਤੋਂ ਬਾਅਦ ਗਿਲਟੀਆਂ ਵਗੈਰਾ, ਇਹ ਸਭ ਕੁਛ ਬਹੁਤ ਕੁਛ ਹੋਣਾ ਸ਼ੁਰੂ ਹੋ ਗਿਆ। ਮੇਰੇ ਫਾਦਰ ਸੀ, ਉਹਨਾਂ ਨੂੰ ਹਾਈ ਐਸਿਡ ਰਹਿਣ ਲੱਗਿਆ, ਹਾਈ BP ਰਹਿਣ ਲੱਗਿਆ, ਲੀਵਰ 'ਚ ਗਰਮੀ ਹੋ ਗਈ, ਜੋੜਾਂ ਦੀ ਪ੍ਰੋਬਲਮ, ਸਪਾਈਨ ਪ੍ਰੋਬਲਮ। ਮੇਰੇ ਮੰਮਾ ਦੀ ਨਾੜ ਬਲੋਕ ਹੋ ਗਈ ਔਰ ਉਹਨਾਂ ਨੂੰ ਅੱਖਾਂ ਦੀ ਪ੍ਰੋਬਲਮ, ਉਹਨਾਂ ਨੂੰ ਸਿਰ ਤੋਂ ਲੈ ਕੇ ਜੋੜਾਂ ਤੱਕ ਦੀਆਂ ਸਾਰੀਆਂ ਬਿਮਾਰੀਆਂ। ਮਤਲਬ ਉਹ ਕਿਹੜੀ ਬਿਮਾਰੀ ਸੀ ਜਿਹੜੀ ਸਾਡੇ ਘਰੇ ਹੈ ਨਹੀਂ। ਔਰ ਇਹ ਸਭ ਕੁਛ ਦੇਖਦੇ ਬਿਲਕੁਲ ਮੇਰਾ ਮਨ ਫਰਸਟ੍ਰੇਟ ਹੋ ਚੁੱਕਿਆ ਸੀ। ਮੈਨੂੰ ਮਸੀਹ ਬਾਰੇ ਤਾਂ ਬਿਲਕੁਲ ਪਤਾ ਵੀ ਨਹੀਂ ਸੀਗਾ, ਪਰ ਬਸ ਮੈਂ ਵੈਸੇ ਹੀ ਸੋਚਦੀ ਰਹਿੰਦੀ ਸੀ ਕਿ ਕਿੱਦਾਂ ਦਾ ਰੱਬ ਆ, ਆਖਿਰ ਕਿੱਥੇ ਰਹਿੰਦਾ ਰੱਬ, ਆਖਿਰ ਕੀ ਕੰਮ ਹੈ ਰੱਬ ਦਾ। ਜੇ ਅਸੀਂ ਇੰਨੇ ਦੁਖੀ ਰਹਿਣਾ ਤਾਂ ਕਿੱਥੇ ਰੱਬ ਹੈ ਔਰ ਕਦੋਂ ਵੇਖੇਗਾ ਉਹ ਸਾਡੇ ਵੱਲ। ਫਿਰ ਥੋੜ੍ਹਾ ਸਮਾਂ ਪਾ ਕੇ ਜਦੋਂ ਅਸੀਂ ਸਕੂਲਿੰਗ ਲਾਈਫ ਤੋਂ ਨਿਕਲ ਕੇ ਹੋਸਟਲ ਲਾਈਫ ਦੇ ਵਿੱਚ ਚਲੇ ਗਏ, ਉੱਥੇ ਵੀ ਹਰ ਇੱਕ ਨੇ ਸਾਡੇ ਨਾਲ ਵੈਰ ਕਰਨਾ, ਟੀਚਰਸ ਨੇ ਵੀ ਸਾਡੇ ਵੈਰ ਪੈ ਜਾਣਾ। ਈਵਨ ਕਿ ਮੈਂ ਆਪਣੀ ਕਲਾਸ ਦੇ ਵਿੱਚੋਂ ਟੌਪ ਕੀਤਾ ਸੀ, ਪਰ ਜਿਹੜੀ ਲੜਕੀ ਮੇਰੇ ਨਾਲ ਸੈਕਿੰਡ ਸੀਗੀ, ਐਂਡ 'ਤੇ ਜਦੋਂ ਸਾਨੂੰ ਸਰਟੀਫਿਕੇਟ ਮਿਲੇ ਉਹਨੂੰ O+ ਗ੍ਰੇਡ ਮਿਲਿਆ ਔਰ ਮੈਨੂੰ ਸਿਰਫ A+ ਗ੍ਰੇਡ ਮਿਲਿਆ। ਔਰ ਇਸ ਚੀਜ਼ ਦੇ ਵਿੱਚ ਵੀ ਪਾਰਸ਼ੈਲਿਟੀ ਹੋਈ ਕਿ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਅਚੀਵ ਹੀ ਨਹੀਂ ਹੋ ਪਾਇਆ। ਉਸ ਤੋਂ ਬਾਅਦ ਮੈਂ ਫੋਰਨ ਕੰਟਰੀ ਦੇ ਲਈ ਅਪਲਾਈ ਕੀਤਾ, ਕੈਨੇਡਾ ਦੀ ਰਿਫਿਊਜ਼ਲ ਆ ਗਈ, ਮੈਨੂੰ UK ਦਾ ਆਫਰ ਲੈਟਰ ਆ ਗਿਆ, ਪਰ ਬਣ ਨਹੀਂ ਪਾਇਆ ਕੁਛ। ਮੇਰਾ ਪਾਸਪੋਰਟ ਸੀ, ਉਹਨੂੰ ਪਏ ਨੂੰ ਪਤਾ ਨਹੀਂ ਕੀ ਹੋ ਗਿਆ, ਉਹਦੇ ਸਕੈਨਿੰਗ ਕੋਡ ਹੀ ਰੇਜ਼ ਹੋ ਗਏ। 3 ਵਾਰ ਮੇਰਾ ਪਾਸਪੋਰਟ ਬਣਿਆ, ਮੇਰਾ ਕੋਈ ਬਾਹਰ ਦਾ ਹੱਲ ਹੀ ਨਹੀਂ ਹੋਇਆ। ਫਿਰ ਮੈਂ ਥੱਕ ਹਾਰ ਚੁੱਕੀ ਸੀ ਬਿਲਕੁਲ। ਕਿਸੇ ਨਾ ਕਿਸੇ ਤਰੀਕੇ ਦੁਆਰਾ ਇੱਕ ਪਰਸਨ ਮੇਰੀ ਜ਼ਿੰਦਗੀ 'ਚ ਆਇਆ, ਮੇਰੀ ਇੰਗੇਜਮੈਂਟ ਹੋ ਗਈ। ਔਰ ਉਸ ਤੋਂ ਬਾਅਦ ਉਹਨਾਂ ਨੇ, ਉਹ ਵੀ ਪਹਿਲਾਂ ਇੱਦਾਂ ਹੀ ਬਾਬਿਆਂ ਵਿੱਚ ਹੀ ਬਿਲੀਵ ਕਰਦੇ ਸਨ, ਪਰ ਉਸ ਤੋਂ ਬਾਅਦ ਉਹਨਾਂ ਨੇ ਵੀ ਦੁੱਖ ਤਕਲੀਫ ਨੂੰ ਸਹਿੰਦੇ ਥੱਕ ਚੁੱਕੇ ਸਨ। ਉਹਨਾਂ ਨੇ ਹਾਰ ਕੇ ਚਰਚ ਜਾਣਾ ਸ਼ੁਰੂ ਕਰ ਦਿੱਤਾ। ਔਰ ਜਦੋਂ ਉਹ ਚਰਚ ਜਾਣ ਲੱਗੇ, ਉਹਨਾਂ ਦੀ ਮੰਮਾ ਠੀਕ ਹੋ ਗਏ ਤਾਂ ਉਹਨਾਂ ਨੇ ਮੈਨੂੰ ਬਾਈਬਲ ਦਿੱਤੀ, ਕਹਿ ਕੇ ਇਹਨਾਂ ਨੂੰ ਪੜ੍ਹਨਾ ਸ਼ੁਰੂ ਕਰੋ। ਜਦ ਮੈਂ ਉਹਨੂੰ ਪੜ੍ਹਨਾ ਸ਼ੁਰੂ ਕੀਤਾ ਬਾਈਬਲ ਨੂੰ, ਤਾਂ ਮੈਨੂੰ ਹਾਸਾ ਆਉਂਦਾ ਹੁੰਦਾ ਸੀਗਾ। ਮੈਂ ਕਹਿਣਾ ਇਹ ਕੀ ਆ, ਇਹ ਕੀ ਧਾਰਮਿਕ ਗ੍ਰੰਥ ਆ, ਇਹਦੇ ਵਿੱਚ ਕੀ ਆਖਰ ਅਜਿਹਾ ਖਾਸ ਆ ਜੋ ਇਹਨੂੰ ਧਾਰਮਿਕ ਗ੍ਰੰਥ ਕਿਹਾ ਜਾਂਦਾ। ਮੈਨੂੰ ਕੁਛ ਸਮਝ ਨਹੀਂ ਸੀ ਆਉਂਦਾ। ਔਰ ਜਦ ਮੈਂ ਨਵਾਂ ਨੇ ਪੜ੍ਹਨਾ, ਥੋੜ੍ਹਾ ਸਮਾਂ ਤਾਂ ਮੇਰਾ ਇੰਟਰਸਟ ਬਣਿਆ ਰਹਿਣਾ, ਕਿਉਂਕਿ ਉਹ ਇੱਕ ਸਟੋਰੀ ਲਾਈਨ ਆ। ਜਦੋਂ ਕੁਛ ਜਿੱਦਾਂ ਲੂਤ ਵਾਲੀ ਸਟੋਰੀ ਆ, ਜਾਂ ਫਿਰ ਅਬਰਾਹਮ ਨੇ ਆਪਣੀ ਗੋਲੀ ਦੇ ਨਾਲ, ਜਾਂ ਫਿਰ ਇੱਦਾਂ ਬਹੁਤ ਸਾਰੇ ਸੀਗੇ ਜਿਨ੍ਹਾਂ ਨੇ 2-2 3-3 ਵਿਆਹ ਕੀਤੇ, ਜਾਂ ਫਿਰ ਬੱਚੇ ਪੈਦਾ ਕਰਨ ਦੇ ਲਈ ਗੋਲੀਆਂ ਦੇ ਨਾਲ ਸੰਬੰਧ ਬਣਾਇਆ, ਤਾਂ ਇੱਦਾਂ ਦੇ ਵਚਨ ਮੈਨੂੰ ਬਹੁਤ ਡਿਸਕਰੇਜ ਕਰਦੇ ਸਨ ਕਿ ਮੈਂ ਆਪਣਾ ਸਿਰ ਇੱਦਾਂ ਫੜ ਲੈਂਦੀ ਸੀ ਔਰ ਛੱਡ ਦਿੰਦੀ ਸੀ ਸਭ ਕੁਛ ਪੜ੍ਹਨਾ। ਮੈਨੂੰ ਇਹ ਲੱਗਦਾ ਸੀ ਕਿ ਇਹ ਕੁਛ ਨਹੀਂ ਹੈਗਾ, ਮੈਂ ਨਹੀਂ ਪੜ੍ਹ ਸਕਦੀ, ਮੈਨੂੰ ਨਹੀਂ ਸਮਝ ਆਉਣਾ। ਮੈਨੂੰ ਤਾਂ ਪਹਿਲਾਂ, ਮੈਂ ਸਹੀ ਸੀ ਪਹਿਲਾਂ ਹੀ ਕਿ ਮੈਨੂੰ ਰੱਬ 'ਚ ਵਿਸ਼ਵਾਸ ਹੀ ਨਹੀਂ ਸੀ, ਮੈਂ ਕਰ ਹੀ ਨਹੀਂ ਸਕਦੀ। ਫਿਰ ਇੱਦਾਂ ਕਰਦੇ ਕੀ ਹੋਇਆ, ਇੱਕ ਦਿਨ ਮੇਰਾ ਪਾਸਪੋਰਟ ਖ਼ਰਾਬ ਹੋ ਗਿਆ ਅਤੇ ਮੈਂ ਪਾਸਪੋਰਟ ਅਪਲਾਈ ਕਰਨ ਦੇ ਲਈ ਗਈ ਹੋਈ ਸੀ। ਫਿਰ ਤੋਂ ਮੇਰੇ ਪਿੱਛੇ ਮੈਨੂੰ ਕਾਲ ਆਈ ਕਿ ਮੇਰਾ ਬ੍ਰਦਰ ਸੀ ਜੋ ਉਹ ਨਹਿਰ ਵਿੱਚ ਡਿੱਗ ਗਏ, ਔਰ ਕਾਲ ਆਈ ਕਿ ਉਹ ਮਿਲ ਨਹੀਂ ਰਹੇਗੇ। ਔਰ 4 ਘੰਟੇ ਦਾ ਸਫ਼ਰ ਮੈਂ ਬਹੁਤ ਮੁਸ਼ਕਿਲ ਨਾਲ ਕੀਤਾ। ਔਰ ਉਸ ਰਾਹ ਦੇ ਵਿੱਚ ਮੈਂ ਇੱਦਾਂ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੀ ਆਈ ਕਿ ਮੈਂ ਸੋਚਿਆ, ਪਰਮੇਸ਼ਰ ਜਿੱਦਾਂ ਤੁਸੀਂ ਲਾਜ਼ਰ ਨੂੰ ਜ਼ਿੰਦਾ ਕੀਤਾ ਨਾ, ਮੇਰੇ ਭਰਾ ਨੂੰ ਜ਼ਿੰਦਾ ਕਰ ਦਿਓ। ਮੈਂ ਵਿਸ਼ਵਾਸ ਕਰਾਂਗੀ
ਕਿ ਪਰਮੇਸ਼ਰ ਹੈਗਾ ਆ। ਮੈਂ ਉਸ ਦਿਨ ਤੋਂ ਬਾਅਦ ਕਦੇ ਪਰਮੇਸ਼ਰ ਬਾਰੇ ਬੁਰਾ ਨਹੀਂ ਬੋਲਾਂਗੀ। ਤੁਸੀਂ ਮੇਰੇ ਭਰਾ ਦੇ ਲਈ ਪਲੀਜ਼ ਕੁਛ ਕਰੋ। ਪਰ ਉਸ 4 ਘੰਟੇ ਦੇ ਸਫ਼ਰ ਵਿੱਚ ਮੈਂ ਇਹੀ ਸ਼ਬਦ ਬੋਲਦੀ ਆਈ। ਜਦੋਂ ਮੈਂ ਘਰੇ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਮੇਰਾ ਬ੍ਰਦਰ ਐਕਸਪਾਇਰ ਹੋ ਚੁੱਕਿਆ। ਔਰ ਇਹ ਨਿਊਜ਼ ਮੇਰੇ ਲਈ ਬਹੁਤ ਸ਼ੌਕਿੰਗ ਸੀ, ਕਿਉਂਕਿ ਮੈਂ ਜਦੋਂ ਗਈ ਹਾਂ ਘਰ ਤੋਂ ਚੰਗਾ ਭਲਾ ਹੱਸਦਾ ਖੇਡਦਾ ਸੀ, ਔਰ ਉਹਦੀ ਉਹ ਗੱਲ ਮੈਨੂੰ ਨਹੀਂ ਭੁੱਲ ਰਹੀ ਸੀ। ਮੈਨੂੰ ਕਹਿ ਰਿਹਾ ਸੀਗਾ ਕਿ ਥੋੜ੍ਹੇ ਦਿਨ ਰੁਕ ਕੇ ਚਲੀ ਜਾਈਂ, ਅੱਜ ਨਾ ਜਾ, ਤੂੰ ਥੋੜ੍ਹੇ ਦਿਨ ਰੁਕ ਕੇ ਚਲੀ ਜਾਈਂ। ਪਰ ਮੈਨੂੰ ਬਾਹਰ ਜਾਣ ਦੀ ਬਹੁਤ ਜਲਦੀ ਸੀ। ਮੈਂ ਕਿਹਾ ਮੇਰਾ ਪਾਸਪੋਰਟ ਬਣ ਜੇ, ਕੋਈ ਗੱਲ ਨਹੀਂ। ਮੈਂ ਕਿਹਾ ਮੈਂ ਤਾਂ ਅੱਜ ਹੀ ਜਾਵਾਂਗੀ। ਅੱਜ ਤੱਕ ਮੈਨੂੰ ਉਹਦੀ ਉਹ ਗੱਲ ਨਹੀਂ ਭੁੱਲਦੀ। ਪਰ ਉਸ ਤੋਂ ਬਾਅਦ ਮੇਰੇ ਮੰਮੀ ਪਾਪਾ ਦੀ ਹਾਲਤ ਹੋਰ ਵੀ ਜ਼ਿਆਦਾ ਖ਼ਰਾਬ ਹੋ ਗਈ। ਉਹ ਹੋਰ ਵੀ ਜ਼ਿਆਦਾ ਦੋਨੋਂ ਹੀ ਡਿਪਰੈਸ਼ਨ 'ਚ ਚਲੇ ਗਏ। ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀਆਂ ਹੋ ਗਈਆਂ। ਅਸੀਂ ਵੀ ਦੋਨੋਂ ਭੈਣਾਂ ਸਾਡੀਆਂ ਰੋ ਰੋ ਕੇ ਅੱਖਾਂ ਖ਼ਰਾਬ ਹੋ ਗਈਆਂ। ਔਰ ਮੇਰਾ ਬ੍ਰਦਰ ਛੋਟਾ ਸੀ ਜੋ ਉਹਨਾਂ ਦੇ ਹੱਥਾਂ ਵਿੱਚੋਂ ਗਿਆ ਸੀ, ਔਰ ਉਹ ਵੀ ਬਹੁਤ ਜ਼ਿਆਦਾ ਵੀਕ ਹੋ ਗਿਆ। ਇੰਨੀ ਜ਼ਿਆਦਾ ਟੈਨਸ਼ਨ ਲੈਣ ਦੇ ਕਰਕੇ ਬਹੁਤ ਮਾੜੀ ਹਾਲਤ ਹੋ ਗਈ ਸਾਡੀ। ਫਿਰ ਮੇਰੇ ਮੰਮੀ ਪਾਪਾ ਜਿਸ ਮੰਦਿਰ ਵਿੱਚ ਜਾਂਦੇ ਹੁੰਦੇ ਸਨ, ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਪਾਣੀ ਵਿੱਚ ਜਦੋਂ ਡਿੱਗਿਆ ਤੇ ਖਵਾਜਾ ਬਾਬਾ ਦੇ ਲਈ ਮੰਮੀ ਨੇ ਉਸੇ ਸਮੇਂ ਕਿਹਾ ਕਿ ਅਸੀਂ ਚੌਲਾਂ ਦਾ ਕੜਾਹ ਚੜਾਵਾਂਗੇ, ਬਾਬਾ ਸਾਡੇ ਮੁੰਡੇ ਨੂੰ ਬਚਾ ਲਾ। ਅਤੇ ਜਦੋਂ ਮੰਦਿਰ ਵਿੱਚ ਗਏ ਉਹਨਾਂ ਨੇ ਉੱਥੇ ਪੁੱਛਿਆ, 2 ਦੱਸਣ ਵਾਲੇ ਹੁੰਦੇ ਨੇ, ਉਹਨਾਂ ਨੂੰ ਪੁੱਛਿਆ। ਉਹ ਕਹਿੰਦੇ ਬੀਬੀ ਉਹਨੂੰ ਤਾਂ ਰੱਬ ਲੈ ਗਿਆ। ਔਰ ਉਹ ਵਰਡ ਮੇਰੀ ਮੰਮੀ ਦੇ ਦਿਮਾਗ 'ਤੇ ਅਸਰ ਕੀਤਾ, ਔਰ ਮੇਰੇ ਵੀ ਬਹੁਤ ਜ਼ਿਆਦਾ। ਜਦੋਂ ਮੰਮੀ ਨੇ ਆ ਕੇ ਇਹ ਗੱਲ ਦੱਸੀ ਕਿ ਸਾਨੂੰ ਬਾਬੇ ਕਹਿੰਦੇ ਆ ਕਿ ਉਹਨੂੰ ਤਾਂ ਰੱਬ ਲੈ ਗਿਆ, ਫਿਰ ਸਾਰੇ ਇਹ ਗੱਲ ਸੋਚਣ ਲੱਗੇ ਵੀ ਜੋ ਕੋਈ ਰੱਬ ਕੋਈ ਹੋ ਰਿਹਾ, ਜਿਉਣਾ ਮਰਨਾ ਉਹਦੇ ਹੱਥ ਆ, ਫਿਰ ਤੁਸੀਂ ਕੌਣ ਆ? ਅਸੀਂ ਤੁਹਾਡੀ ਪੂਜਾ ਕਿਉਂ ਕਰੀਏ? ਕਿਉਂ ਅਸੀਂ ਤੁਹਾਡੇ ਸਾਹਮਣੇ ਝੁਕੀਏ ਨਾ? ਕਿਉਂ ਸਭ ਕੁਝ ਕਰੀਏ? ਉਸੇ ਦਿਨ ਹੀ ਮੇਰੀ ਮੰਮੀ ਨੇ ਜੋ ਸਾਡੇ ਘਰ ਵਿੱਚ ਸਾਰੀ ਦੁਨੀਆ ਭਰ ਦੇ ਬਾਬੇ ਸੀ, ਸਾਰੀਆਂ ਫੋਟੋਆਂ ਸੀ, ਜੋ ਦੀਵੇ ਚਿਰਾਗ ਜੋਤਾਂ ਬੱਤੀਆਂ ਸਭ ਕੁਝ ਇਕੱਠਾ ਕਰਕੇ ਅਸੀਂ ਇੱਕ ਲਿਫਾਫੇ ਵਿੱਚ ਪਾ ਕੇ ਟੰਗ ਦਿੱਤਾ। ਅਸੀਂ ਕਿਹਾ ਹੁਣ ਨਹੀਂ ਕਰਾਂਗੇ। ਮੇਰੀ ਮੰਮੀ ਕਹਿੰਦੀ ਤੂੰ ਬਾਈਬਲ ਪੜ੍ਹਦੀ ਆ ਨਾ, ਤੂੰ ਕਰ, ਜੋ ਕਰ ਸਕਦੀ ਆ ਤੂੰ ਕਰ। ਆਪਾਂ ਕਿਸੇ ਨੂੰ ਬੁਲਾਉਂਦੇ ਚਰਚ 'ਚੋਂ, ਇਹਨਾਂ ਨੂੰ ਕੱਢਦੇ ਬਾਹਰ, ਨਹੀਂ ਕਰਨਾ ਸੀ ਇਹ ਸਭ ਕੁਛ। ਅਰੇ ਜਦੋਂ ਮੈਂ ਬਾਈਬਲ ਫਸਟਲੀ ਲੈ ਕੇ ਆਈ ਸੀ ਨਾ, ਜਦੋਂ ਥੋੜ੍ਹਾ ਮੈਨੂੰ ਯਕੀਨ ਸੀ, ਬਹੁਤਾ ਨਹੀਂ ਸੀ, ਉਦੋਂ ਮੈਂ ਵੈਸੇ ਹੀ ਕਹਿੰਦੀ ਹੁੰਦੀ ਸੀ ਕਿ ਪਰਮੇਸ਼ਰ ਕਹਿੰਦਾ ਫਰਿਸ਼ਤੇ ਸ਼ਰਾਪਿਤ ਨੇ ਬਹੁਤ ਸਾਰੇ, ਉਹ ਧਰਤੀ 'ਤੇ ਸਿੱਟੇ ਗਏ ਤੂੰ ਆਪਣੇ ਆਪ ਨੂੰ ਦੇਵਤੇ ਕਹਿਣ ਲੱਗੇ। ਉਦੋਂ ਮੈਂ ਕਹਿੰਦੀ ਹੁੰਦੀ ਸੀ ਹੱਥ ਕਰਕੇ ਉਹਨਾਂ ਫੋਟੋਆਂ ਵੱਲ ਕਿ ਤੁਹਾਨੂੰ ਮੈਂ ਘਰੋਂ ਬਾਹਰ ਕੱਢਾਂਗੀ, ਜਿਸ ਦਿਨ ਵੀ ਕੱਢਾਂਗੀ ਨਾ ਮੈਂ ਹੀ ਤੁਹਾਨੂੰ ਘਰੋਂ ਬਾਹਰ ਕੱਢਾਂਗੀ। ਔਰ ਉਹ ਗੱਲ ਹੋ ਗਈ ਸਾਡੀ ਜ਼ਿੰਦਗੀ 'ਚ। ਫਿਰ ਅਸੀਂ ਚਰਚ ਦੇ ਸਾਡੇ ਮਾਸੀ ਹੋਣੀ ਜਾਂਦੇ ਸੀ, ਉਹਨਾਂ ਨੂੰ ਅਸੀਂ ਫੋਨ ਕੀਤਾ ਤਾਂ ਉਹਨਾਂ ਨੇ 2 ਪਾਸਟਰ ਸਾਡੇ ਘਰ ਵਿੱਚ ਭੇਜੇ। ਉਹ ਜਦ ਘਰ ਵਿੱਚ ਆਏ ਤਾਂ ਉਹਨਾਂ ਨੇ ਸਾਨੂੰ ਕਾਫੀ ਕੁਛ ਦੱਸਿਆ ਕਿ ਤੁਹਾਡੇ ਬ੍ਰਦਰ ਦੀ ਜੋ ਡੈਥ ਹੋਈ ਆ ਉਹ ਅਨਹੋਣੀ ਨਹੀਂ ਸੀ, ਕੋਈ ਦੁਸ਼ਟ ਆਤਮਾ ਸੀਗੀ ਜੋ ਉਹਨੂੰ ਨਾਲ ਲੈ ਕੇ ਗਈ ਹੈ, ਔਰ ਇਹ ਸਭ ਕੁਛ ਜੋ ਵੀ ਸੀਗਾ ਇਹ ਪਰਮੇਸ਼ਰ ਵੱਲੋਂ ਨਹੀਂ ਸੀ। ਫਿਰ ਵੀ ਮੇਰੇ ਮਨ 'ਚ ਕਾਫੀ ਸਾਰੇ ਡਾਊਟ ਆਏ ਕਿ ਪਰਮੇਸ਼ਰ ਵੱਲੋਂ ਨਹੀਂ ਸੀ ਤਾਂ ਕੀ ਮਤਲਬ ਸੀ ਕਿ ਪਰਮੇਸ਼ਰ ਨੇ ਕਿਸੇ ਨੂੰ ਵੀ ਮਾਰਨ ਦਾ ਹੱਕ ਦਿੱਤਾ ਹੈ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਲਾਈਵ ਦੇਖਣ ਲੱਗੀ ਚਰਚ ਦਾ, ਔਰ ਕਾਫੀ ਪ੍ਰਚਾਰ ਸੁਣਿਆ ਮੈਂ। ਪਹਿਲਾਂ ਮੈਨੂੰ ਬਾਈਬਲ ਦੀ ਸਮਝ ਨਹੀਂ ਸੀ ਆਉਂਦੀ, ਔਰ ਸੁਣਨ ਤੋਂ ਬਾਅਦ ਫਿਰ ਮੈਂ ਜਦ ਦੁਬਾਰਾ ਤੋਂ ਬਾਈਬਲ ਸ਼ੁਰੂ ਕੀਤੀ, ਮੈਂ ਸੁਬਾਹ 3 ਵਜੇ ਉੱਠ ਕੇ ਪ੍ਰੇਅਰ ਕਰਨੀ ਸ਼ੁਰੂ ਕੀਤੀ, ਕਿਉਂਕਿ ਮੇਰੇ ਘਰ ਦੇ ਹਾਲਾਤ ਉਸ ਸਮੇਂ ਬਹੁਤ ਖ਼ਰਾਬ ਸੀ। ਮੇਰੇ ਤੋਂ ਮੇਰੇ ਮੰਮੀ ਪਾਪਾ ਦਾ ਦੁੱਖ ਨਹੀਂ ਸੀ ਦੇਖ ਹੁੰਦਾ। ਉਸ ਦਿਨ ਤੋਂ ਮੇਰੀ ਜ਼ਿੰਦਗੀ ਬਦਲੀ। ਇੱਕ ਘਰ ਦੀ ਵਿਗੜੀ ਅਤੇ ਜਿੱਦੀ ਹੋਈ ਕੁੜੀ, ਜਿਹੜੀ ਘਰ ਦੀ ਕਿਸੇ ਦੀ ਗੱਲ ਨਹੀਂ ਸੀ ਸੁਣਦੀ, ਘਰ ਦਾ ਕੋਈ ਕੰਮ ਕਰਕੇ ਖੁਸ਼ ਨਹੀਂ ਸੀ, ਉਸ ਦਿਨ ਤੋਂ ਮੈਂ ਪ੍ਰਭੂ ਨੂੰ ਆਪਣੀ ਜ਼ਿੰਦਗੀ ਦਿੱਤੀ। ਮੈਂ ਕਿਹਾ ਪਰਮੇਸ਼ਰ ਜੋ ਤੂੰ ਚਾਹੁੰਦਾ ਮੇਰੇ ਨਾਲ ਕਰ, ਬਸ ਜੋ ਮੇਰੇ ਡਾਊਟ ਆ ਉਹ ਕਲੀਅਰ ਕਰ। ਮੈਂ ਕਿਸੇ ਇਨਸਾਨ ਤੋਂ ਨਹੀਂ ਪੁੱਛਣਾ, ਮੈਂ ਕਿਤੇ ਨਹੀਂ ਜਾਣਾ, ਬਸ ਜੋ ਤੂੰ ਚਾਹੁੰਦਾ ਉਹ ਮੇਰੇ ਲਈ ਕਰ। ਉਸ ਦਿਨ ਤੋਂ ਬਾਅਦ ਮੈਂ ਸੁਬਾਹ 3 ਵਜੇ ਉੱਠ ਕੇ ਪ੍ਰੇਅਰ ਕਰਨੀ ਸ਼ੁਰੂ ਕੀਤੀ। ਸ਼ਾਮ ਦੇ ਸਮੇਂ ਅਸੀਂ ਸਾਰੀ ਫੈਮਿਲੀ ਮਿਲ ਕੇ ਪ੍ਰੇਅਰ ਕਰਨ ਲੱਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ 6 ਮਹੀਨਿਆਂ ਦੇ ਵਿੱਚ ਹੀ ਇੰਨੇ ਚੇਂਜਸ ਹੋਏ ਕਿ ਸਾਡੀ ਜ਼ਿੰਦਗੀ ਜੋ ਪਹਿਲਾਂ ਸੀ ਬਿਲਕੁਲ ਚੇਂਜ ਹੋ ਚੁੱਕੀ ਹੈ। ਸਾਡਾ ਘਰ ਸੀ ਜਦੋਂ ਮੈਂ ਮੇਬੀ 6th ਕਲਾਸ 'ਚ ਸੀਗੀ, ਉਦੋਂ ਦਾ ਮੇਰੇ ਫਾਦਰ ਘਰ ਬਣਾਉਣਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਸਨ ਕਿ ਬਣਾਵਾਂਗੇ, ਪਰ ਇਹ ਹਵਨ ਕੁੰਡ ਭੂਤਾਂ ਚੜੇਲਾਂ ਦੇ ਪੈਸਿਆਂ ਤੋਂ ਹੀ ਸਾਡੇ ਪੈਸੇ ਨਿਕਲ ਜਾਂਦੇ ਸੀ, ਔਰ ਘਰ ਨਹੀਂ ਸੀ ਬਣ ਪਾਉਂਦਾ। ਇਹ ਸਾਡੇ ਘਰ ਦੀ ਫੋਟੋ ਆ, ਜਦੋਂ ਮੈਂ 2 ਸਾਲ ਦੀ ਸੀ ਉਦੋਂ ਇਹ ਘਰ ਬਣਾਇਆ ਮੇਰੇ ਮੰਮੀ ਪਾਪਾ ਨੇ, ਔਰ ਜਦ ਮੈਂ 24 ਸਾਲ ਦੀ ਸੀ, ਆਲਮੋਸਟ ਅੱਜ ਤੋਂ 2 ਸਾਲ ਪਹਿਲਾਂ ਤੱਕ ਸਾਡੇ ਘਰ ਦੀ ਕੰਡੀਸ਼ਨ ਇਹੀ ਸੀ। ਔਰ ਜਿਸ ਦਿਨ ਅਸੀਂ ਚਰਚ ਜਾਣਾ ਸ਼ੁਰੂ ਕੀਤਾ, ਉਸ ਤੋਂ 1 ਮਹੀਨੇ ਬਾਅਦ ਮੇਰੀ ਮੰਮੀ ਦੇ ਸਿਰ ਤੋਂ ਸਾਰੀ ਖੇਡ ਆਉਣੀ ਬੰਦ ਹੋ ਗਈ। ਕੋਈ ਬਾਬਾ ਕੁਛ ਵੀ ਨਹੀਂ ਆਉਂਦਾ। ਮੰਮੀ ਮੇਰੇ ਮਰਗ 'ਤੇ ਜਾਂਦੇ ਸੀ ਤਾਂ ਖੇਡ ਆਉਂਦੀ ਸੀ, ਤਾਂ ਉਹ ਸਭ ਕੁਛ ਬੰਦ ਹੋ ਗਿਆ ਬਿਲਕੁਲ। ਮੇਰੀ ਮੰਮੀ ਬਿਲਕੁਲ ਠੀਕ ਹੋ ਗਏ। ਉਸ ਦਿਨ ਤੋਂ ਲੈ ਕੇ ਅੱਜ ਤੱਕ
ਮੇਰੀ ਮੰਮੀ ਦੇ ਸਿਰ ਤੇ ਕੋਈ ਖੇਡ ਨਹੀਂ ਆਈ। ਔਰ ਇਹ ਗੱਲ 2021 ਦੀ ਹੈ। 2021 ਅਪ੍ਰੈਲ ਨੂੰ ਅਸੀਂ ਫਸਟ ਟਾਈਮ ਕਿਸੇ ਪਾਸਟਰ ਨੂੰ ਆਪਣੇ ਘਰ ਦੇ ਵਿੱਚ ਬੁਲਾਇਆ ਸੀ। ਉਸ ਦਿਨ ਤੋਂ ਬਾਅਦ ਉਸ ਤੋਂ 6 ਮਹੀਨੇ ਬਾਅਦ ਆਲਮੋਸਟ ਸਾਡੇ ਘਰ ਦੀ ਬਿਲਡਿੰਗ ਬਣਨੀ ਸ਼ੁਰੂ ਹੋ ਗਈ। ਪਰਮੇਸ਼ਰ ਨੇ ਸਭ ਤੋਂ ਪਹਿਲੀ ਆਸ਼ੀਸ਼ ਦਿੱਤੀ, ਮੇਰੀ ਮੰਮੀ ਨੂੰ ਆਜ਼ਾਦ ਕੀਤਾ। ਸੈਕੰਡਲੀ ਸਾਡੇ ਘਰ ਦੀ ਇਮਾਰਤ ਬਣਨੀ ਸ਼ੁਰੂ ਹੋ ਗਈ ਔਰ ਉਹ ਘਰ ਅਸੀਂ ਬਣਾਇਆ। ਹੁਣ ਅੱਜ ਦੇ ਦਿਨ ਦੇ ਵਿੱਚ, ਅੱਜ ਤੋਂ 6 ਮਹੀਨੇ ਪਹਿਲਾਂ ਦੀ ਇਹ ਫੋਟੋ ਹੈ। ਇਹ ਸਾਡੇ ਘਰ ਦੀ ਹਾਲਤ ਇੱਦਾਂ ਦੀ ਹੈ। ਹੁਣ ਇਹ ਬਿਲਡਿੰਗ ਆ ਔਰ ਇਹ ਅਸੀਂ, ਮੈਂ ਔਰ ਮੇਰੇ ਬ੍ਰਦਰ ਨੇ ਦੋਨੋਂ ਨੂੰ ਮਿਲ ਕੇ ਡਿਜ਼ਾਈਨ ਕੀਤੀ। ਅਸੀਂ ਕਿਸੇ ਤੋਂ ਨਕਸ਼ਾ ਨਹੀਂ ਬਣਾਇਆ। ਪਰਮੇਸ਼ਰ ਨੂੰ ਕਿਹਾ ਕਿ ਪ੍ਰਭੂ ਜਿੱਦਾਂ ਦਾ ਤੂੰ ਚਾਹੁੰਦਾ ਸਾਡੇ ਦਿਮਾਗ 'ਚ ਦੇ ਉੱਦਾਂ ਦਾ ਬਣਾਵਾਂਗੇ। ਇਹ ਸਾਡਾ ਘਰ ਹੁਣ ਇੱਦਾਂ ਦਾ ਆ। ਉਸ ਤੋਂ ਬਾਅਦ ਮੇਰੀ ਸਿਸਟਰ ਨੇ ਨਰਸਿੰਗ ਕੀਤੀ ਸੀ, ਉਹਨਾਂ ਨੂੰ ਕੋਈ ਜੋਬ ਨਹੀਂ ਸੀ ਮਿਲ ਰਹੀ, ਉਹਨਾਂ ਨੂੰ ਜੋਬ ਮਿਲ ਗਈ। ਮੇਰੇ ਬ੍ਰਦਰ ਨੇ ਸਿਵਲ ਇੰਜੀਨੀਅਰਿੰਗ ਕੀਤੀ ਸੀ, ਉਹ ਵੀ ਲੰਬੇ ਸਮੇਂ ਤੋਂ ਘਰ ਵਿੱਚ ਹੀ ਸਨ, ਉਹਨਾਂ ਨੂੰ ਵੀ ਜੋਬ ਮਿਲ ਗਈ। ਈਵਨ ਮੈਨੂੰ ਖੁਦ ਨੂੰ ਵੀ ਜੋਬ ਮਿਲ ਗਈ ਸੀ। ਫਿਰ ਉਸ ਤੋਂ ਬਾਅਦ ਮਤਲਬ ਮੈਨੂੰ ਫਿਰ ਵੀ ਕਿ ਪੂਰੇ ਤਰੀਕੇ ਨਾਲ ਮੈਂ ਮਸੀਹ ਦੇ ਵਿੱਚ ਨਹੀਂ ਆ ਪਾਈ। ਔਰ ਉਦੋਂ ਵੀ ਮੇਰੇ ਮਨ ਦੇ ਵਿੱਚ ਇਹ ਸੀ ਕਿ ਮੈਨੂੰ ਟਿਕਟੌਕ ਸਟਾਰ ਬਣਨ ਦਾ ਬਹੁਤ ਸ਼ੌਕ ਸੀ। ਮੈਂ ਪ੍ਰਾਰਥਨਾ ਕਰਦੀ ਸੀ, ਪਰ ਫਿਰ ਵੀ ਮੈਂ ਕੁਛ ਪਰਸੈਂਟ ਸੰਸਾਰਿਕ ਸੀ। ਮੈਨੂੰ ਇਹ ਸੀ ਕਿ ਮੈਂ ਸਟਾਰ ਬਣਨਾ। ਮੈਨੂੰ ਡਾਂਸ ਕਰਨ ਦਾ ਬਚਪਨ ਤੋਂ ਬਹੁਤ ਸ਼ੌਕ ਸੀ। ਮੈਨੂੰ ਕਾਫੀ ਤਰ੍ਹਾਂ ਦਾ ਡਾਂਸ ਆਉਂਦਾ ਆ। ਅਰੇ ਮੈਂ ਨਾ ਜਦੋਂ ਘਰ ਬਣਦਾ ਸੀ, ਮੈਂ ਇਮੈਜਿਨ ਕਰਦੀ ਰਹਿਣਾ ਕਿ ਜਦੋਂ ਸਾਡੇ ਇਹ ਵਾਲਾ ਰੂਮ ਰੈਡੀ ਹੋ ਜਾਏਗਾ, ਮੈਂ ਇਸ ਜਗ੍ਹਾ 'ਤੇ ਖੜ੍ਹ ਕੇ ਇਹ ਵਾਲਾ ਡਾਂਸ ਕਰਾਂਗੀ, ਇਸ ਸੌਂਗ 'ਤੇ ਕਰਾਂਗੀ, ਉੱਥੇ ਜਾ ਕੇ ਇਹ ਵਾਲਾ ਕਰਾਂਗੀ। ਮੈਂ ਇੱਦਾਂ ਪਲਾਨ ਕਰਦੀ ਰਹਿਣਾ। ਪਰ ਦੇਖੋ, ਜੋ ਪਰਮੇਸ਼ਰ ਦੀ ਮਰਜ਼ੀ ਆ ਨਾ, ਉਸਨੇ ਉਹ ਸ਼ੁਰੂ ਕਰ ਦਿੱਤੀ। ਜੋ ਕਿਸੇ ਵੀ ਤਰੀਕੇ ਦੁਆਰਾ, ਚਲੋ ਇੱਕ ਪਲ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਕਿ ਮੈਂ ਇੱਦਾਂ ਕਰਦੀ ਹਾਂ ਕਿ ਮੈਂ ਕੋਈ ਪ੍ਰੇਅਰ ਚੈਨਲ ਸ਼ੁਰੂ ਕਰਦੀ ਹਾਂ, ਨਾਲੇ ਉਹਦੇ ਨਾਲ ਮੇਰੀ ਪ੍ਰੇਅਰ ਹੁੰਦੀ ਰਹੇਗੀ ਔਰ ਨਾਲ ਹੀ ਮਤਲਬ ਮੈਂ ਫੇਮਸ ਵੀ ਹੋਣਾ ਚਾਹੁੰਦੀ ਹਾਂ, ਤਾਂ ਮੈਂ ਫੇਮਸ ਵੀ ਹੋ ਜਾਵਾਂਗੀ। ਮਤਲਬ ਚਲੋ ਡਾਂਸ ਵਾਲੀ ਉਹ ਮੈਂ ਬਾਅਦ ਵਿੱਚ ਬਣਾ ਲਾਂਗੀ, ਇੱਕ ਵਾਰੀ ਮੈਂ ਪ੍ਰੇਅਰ ਚੈਨਲ ਸ਼ੁਰੂ ਕਰਦੀ ਹਾਂ। ਪਹਿਲਾਂ ਜਦੋਂ ਮੈਂ ਵਚਨ ਪੜ੍ਹਿਆ ਕਰਦੀ ਸੀ ਤਾਂ ਮੈਨੂੰ ਵਚਨ ਦੀ ਸਮਝ ਨਹੀਂ ਸੀ ਆਉਂਦੀ ਹੁੰਦੀ ਬਿਲਕੁਲ ਵੀ। ਫਿਰ ਜਦੋਂ ਮੈਂ ਪ੍ਰਭੂ ਅੱਗੇ ਦੁਹਾਈ ਦਿੱਤੀ ਕਿ ਪਰਮੇਸ਼ਰ ਕਿਸੇ ਵੀ ਇਨਸਾਨ ਦੀ ਸਮਝ ਨਹੀਂ, ਪਰ ਮੈਨੂੰ ਤੁਸੀਂ ਆਪਣੀ ਸਮਝ ਦਿਓ, ਤਾਂ ਅੱਜ ਮੈਂ ਜੋ ਵੀ ਵਚਨ ਬੋਲਦੀ ਹਾਂ, ਜੋ ਪੜ੍ਹਦੀ ਹਾਂ, ਜੋ ਦੱਸਦੀ ਹਾਂ, ਉਹ ਮੈਂ ਕਿਸੇ ਤੋਂ ਨਹੀਂ ਸਿੱਖਿਆ। ਮੈਂ ਕੋਈ ਬਾਈਬਲ ਸਟੱਡੀ ਨਹੀਂ ਲਈ, ਕਿਸੇ ਪਾਸਟਰ ਦੇ ਕੋਲ ਮੈਂ ਖਾਸ ਤੌਰ 'ਤੇ ਨਹੀਂ ਗਈ। ਜੋ ਵੀ ਮੈਂ ਬੋਲਦੀ ਹਾਂ, ਜੋ ਵੀ ਮੈਂ ਕਰਦੀ ਹਾਂ, ਇਹ ਸਭ ਕੁਛ ਹੀ ਮੈਨੂੰ ਪਰਮੇਸ਼ਰ ਦੇ ਦੁਆਰਾ ਹੀ ਸਿਖਾਇਆ ਹੋਇਆ। ਪ੍ਰਭੂ ਹੀ ਮੈਨੂੰ ਗਿਆਨ ਬੁੱਧ ਅਤੇ ਸਮਝ ਦਿੰਦਾ ਆ। ਜੋ ਮੈਂ ਵਿਸ਼ਾ ਲੈਂਦੀ ਹਾਂ ਜਾਂ ਜੋ ਵੀ ਕੁਛ ਮੈਂ ਕਰਦੀ ਹਾਂ, ਸਭ ਕੁਛ ਪਰਮੇਸ਼ਰ ਹੀ ਮੈਨੂੰ ਦੱਸਦਾ ਔਰ ਪਰਮੇਸ਼ਰ ਹੀ ਮੈਨੂੰ ਗਾਈਡ ਕਰਦਾ ਆ। ਮੈਂ ਕਦੇ ਵੀ ਕਿਸੇ ਤੋਂ ਹੈਲਪ ਦੇ ਲਈ ਨਹੀਂ ਮੰਗਿਆ, ਕਿਉਂਕਿ ਮੈਨੂੰ ਪਤਾ ਆ ਕਿ ਹਰ ਇੱਕ ਇਨਸਾਨ ਦੀ ਆਪਣੀ ਇੱਕ ਅਲੱਗ ਸੋਚ ਆ ਔਰ ਇਨਸਾਨ ਸੰਸਾਰਿਕ ਲੈਵਲ 'ਤੇ ਸਾਨੂੰ ਸਮਝਾਵੇਗਾ, ਪਰ ਪ੍ਰਭੂ ਦਾ ਗਿਆਨ ਸੰਸਾਰਿਕ ਨਹੀਂ ਹੈਗਾ। ਇਹ ਵਚਨ ਨੂੰ ਹਰ ਕੋਈ ਸਹੀ ਤਰੀਕੇ ਨਾਲ ਨਹੀਂ ਦੱਸ ਰਿਹਾ, ਹਰ ਕੋਈ ਆਪਣੇ ਹਿਸਾਬ ਨਾਲ ਦੱਸ ਰਿਹਾ, ਪਰ ਪ੍ਰਭੂ ਮੈਂ ਚਾਹੁੰਦੀ ਹਾਂ ਕਿ ਮੈਂ ਉੱਦਾਂ ਦੱਸਾਂ ਜੋ ਤੁਸੀਂ ਚਾਹੁੰਦੇ ਆ। ਇਸ ਲਈ ਮੈਂ ਪ੍ਰਭੂ ਤੋਂ ਹੀ ਮੰਗਿਆ ਅਤੇ ਉਹਨੇ ਹੀ ਮੈਨੂੰ ਗਿਆਨ ਦਿੱਤੀ ਆ। ਔਰ ਉਸ ਤੋਂ ਬਾਅਦ ਮੈਂ ਕਿਸੇ ਲਈ ਪ੍ਰੇਅਰ ਕਰਨ ਤੋਂ ਬਹੁਤ ਡਰਦੀ ਹੁੰਦੀ ਸੀ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਸ਼ਾਇਦ ਕਿਸੇ ਹੋਰ ਦੇ ਲਈ ਅਗਰ ਅਸੀਂ ਪ੍ਰੇਅਰ ਕਰਾਂਗੇ ਤਾਂ ਉਹਦਾ ਨੁਕਸਾਨ ਸਾਨੂੰ ਹੋ ਜਾਵੇਗਾ। ਪਰ ਫਿਰ ਜਦੋਂ ਮੈਂ ਹੌਲੀ ਹੌਲੀ ਵਚਨ ਨੂੰ ਪੜ੍ਹੀ ਗਈ, ਉਹ ਵਚਨ ਮੇਰੇ ਅੰਦਰ ਵਸ ਗਿਆ। ਅੱਜ ਮੈਂ ਇਸ ਵਿਸ਼ਵਾਸ ਦੇ ਨਾਲ ਪੂਰੇ ਤਰੀਕੇ ਨਾਲ ਭਰ ਗਈ ਕਿ ਅਗਰ ਅਸੀਂ ਕਿਸੇ ਦੇ ਭਲਾਈ ਦੇ ਲਈ ਦੁਆ ਕਰਾਂਗੇ, ਅਗਰ ਉਹ ਚੰਗਾ ਹੋਵੇਗਾ ਤਾਂ ਉਸ ਚੀਜ਼ ਤੋਂ ਖੁਸ਼ ਹੋ ਕੇ ਪਰਮੇਸ਼ਰ ਸਾਨੂੰ ਬਰਕਤ ਦੇਵੇਗਾ। ਪਰਮੇਸ਼ਰ ਦੇ ਨਾਮ ਦੇ ਵਿੱਚ ਭੂਤਾਂ, ਚੜੇਲਾਂ, ਜਾਦੂ ਟੂਣੇ ਨਿਕਲਦੇ ਆ, ਕਿਸੇ ਨੂੰ ਲੱਗਦੇ ਨਹੀਂ ਆ। ਇਹ ਕੋਈ ਰੋਗ ਨਹੀਂ ਆ ਜੋ ਕਿਸੇ ਤੋਂ ਨਿਕਲ ਕੇ ਸਾਨੂੰ ਲੱਗ ਜਾਏਗਾ, ਬਲਕਿ ਅਗਰ ਮੈਂ ਕਿਸੇ ਲਈ ਦੁਆ ਕਰਾਂਗੀ ਤਾਂ ਪਰਮੇਸ਼ਰ ਮੈਨੂੰ ਫਤਿਹਵੰਦ ਕਰੇਗਾ, ਹੋਰ ਵੀ ਜ਼ਿਆਦਾ ਮੈਨੂੰ ਬਲੈਸ ਕਰੇਗਾ। ਔਰ ਪਹਿਲਾਂ ਮੈਂ ਦੁਸ਼ਟ ਆਤਮਾ ਵਾਲਿਆਂ ਦੇ ਲਈ ਦੁਆ ਨਹੀਂ ਸੀ ਕਰਦੀ, ਮੈਨੂੰ ਡਰ ਲੱਗਦਾ ਹੁੰਦਾ ਸੀਗਾ, ਬਹੁਤ ਜ਼ਿਆਦਾ ਡਰਦੀ ਹੁੰਦੀ ਸੀ ਆਪਣੇ ਘਰ ਦੇ ਵਿੱਚ ਚੱਲਦੀ ਫਿਰਦੀ ਵੀ। ਹੁਣ ਚਾਹੇ ਕੋਈ ਵੀ ਦੁਸ਼ਟ ਆਤਮਾ, ਕੋਈ ਕਿੰਨਾ ਵੀ ਕਿਸੇ ਨੂੰ ਤੋੜ ਮਰੋੜ ਰਿਹਾ, ਮੈਂ ਫੋਨ 'ਤੇ ਹੀ ਦੁਆ ਕਰਦੀ, ਮੈਨੂੰ ਵਿਸ਼ਵਾਸ ਹੁੰਦਾ ਕਿ ਉਹ ਠੀਕ ਹੋਏਗਾ। ਔਰ ਪ੍ਰਭੂ ਕਰਦਾ ਵੀ ਉਹਨੂੰ, ਮੇਰੀ ਆਵਾਜ਼ ਨੂੰ ਸੁਣਦਾ ਔਰ ਸੱਚਮੁੱਚ ਆਤਮਾ ਨੂੰ ਛੂੰਹਦਾ, ਕਿਉਂਕਿ ਮੈਨੂੰ ਮੇਰੇ ਸ਼ਬਦਾਂ 'ਤੇ ਵਿਸ਼ਵਾਸ ਹੈ ਕਿ ਪ੍ਰਭੂ ਨੇ ਮੈਨੂੰ ਸਾਮਰਥ ਦਿੱਤੀ ਆ ਔਰ ਮੈਨੂੰ ਜ਼ਰਾ ਜਿਹਾ ਵੀ ਸ਼ੱਕ ਨਹੀਂ ਹੈਗਾ। ਸਾਡਾ ਘਰ ਕਾਫੀ ਖੁੱਲ੍ਹਾ ਆ ਔਰ ਨਾਲ ਇੱਕ ਘਰ ਆ ਜਿਹਦੇ ਸਾਰੇ ਫੈਮਿਲੀ ਮੈਂਬਰ ਮਰ ਚੁੱਕੇ। ਪਹਿਲਾਂ ਮੈਨੂੰ ਉਸ ਘਰ ਤੋਂ ਡਰ ਬੜਾ ਲੱਗਦਾ ਸੀ। ਸਾਡੇ ਬਾਥਰੂਮ ਬਾਹਰ ਨੇ ਤਾਂ ਮੈਨੂੰ ਰਾਤ ਨੂੰ ਬਾਥਰੂਮ ਜਾਣ ਲੱਗੇ ਡਰ ਲੱਗਦਾ ਸੀ, ਮੈਂ ਇਕੱਲੀ ਨਹੀਂ ਸੀ ਜਾਂਦੀ। ਈਵਨ ਕਿ ਮੈਂ 5 ਵਜੇ ਤੋਂ ਬਾਅਦ ਆਪਣੇ ਘਰ ਦੀ ਜੋ ਬਿਲਡਿੰਗ ਹੈ ਇਹਦੇ ਵਿੱਚੋਂ ਬਾਹਰ ਨਹੀਂ ਸੀ ਨਿਕਲਦੀ। ਔਰ ਹੁਣ ਚਾਹੇ ਰਾਤ ਦੇ 1:30 ਵਜੇ ਹੋਣ, ਚਾਹੇ 2 ਵਜੇ ਹੋਣ, ਮੈਂ ਇਕੱਲੀ ਬਾਹਰ ਤੁਰੀ ਫਿਰਦੀ ਔਰ ਮੈਨੂੰ 1% ਵੀ ਡਰ ਨਹੀਂ ਲੱਗਦਾ। ਮੇਰੇ ਮਨ ਦੇ ਵਿੱਚ ਡਰ ਨਾਂ ਦਾ ਸ਼ਬਦ ਹੀ ਨਿਕਲ ਚੁੱਕਿਆ ਆ। ਮੈਨੂੰ ਪਰਮੇਸ਼ਰ ਨੇ ਪਤਾ ਨਹੀਂ ਕਿੱਦਾਂ, ਮੈਨੂੰ ਖੁਦ ਯਕੀਨ ਨਹੀਂ ਹੁੰਦਾ ਕਿ ਕੀ ਮੈਂ ਉਹੀ ਹਾਂ। ਮੈਨੂੰ ਪਰਮੇਸ਼ਰ ਨੇ ਇਸ ਹੱਦ ਤੱਕ ਬਦਲ ਦਿੱਤਾ ਆ। ਪਰਮੇਸ਼ਰ ਕੀ ਕਹਿੰਦਾ ਹੈ ਕਿ
ਤੁਸੀਂ ਮੈਨੂੰ ਨਹੀਂ, ਮੈਂ ਤੁਹਾਨੂੰ ਚੁਣਿਆ ਔਰ ਤੁਹਾਡੇ ਰੂਹ ਜਿਸਮ ਜਾਨ ਦੇ ਉੱਤੇ ਮੇਰਾ ਕਬਜ਼ਾ ਵਾਸਿਆ। ਮੈਂ ਇਸ ਚੀਜ਼ 'ਤੇ ਬਿਲੀਵ ਕਰਦੀ ਸੀ, ਪਰ ਸੱਚਮੁੱਚ ਪਰਮੇਸ਼ਰ ਨੇ ਮੇਰੀ ਜ਼ਿੰਦਗੀ 'ਚ ਉਸ ਮਰਜ਼ੀ ਨੂੰ ਪੂਰੀਆਂ ਕੀਤਾ ਔਰ ਉਹਨਾਂ ਨੇ ਮੈਨੂੰ ਉਸ ਗਲਤ ਲਾਈਨ ਵਿੱਚ ਜਾਣ ਤੋਂ ਬਚਾ ਲਿਆ, ਕਿਉਂਕਿ ਸ਼ਾਇਦ ਅਗਰ ਮੈਂ ਉਸ ਲਾਈਨ ਦੇ ਵਿੱਚ ਜਾਂਦੀ, ਨਾ ਮੇਰੀ ਰਿਸਪੈਕਟ ਹੋਣੀ ਸੀ, ਨਾ ਹੀ ਉਸ ਲਾਈਨ ਦੇ ਵਿੱਚ ਮੈਨੂੰ ਪਰਮੇਸ਼ਰ ਵੱਲੋਂ ਕੋਈ ਫਾਇਦਾ ਸੀ, ਕਿਉਂਕਿ ਮੈਂ ਪਰਮੇਸ਼ਰ ਵੱਲੋਂ ਦੂਰ ਹੋ ਜਾਣਾ ਸੀ। ਪਰ ਪਰਮੇਸ਼ਰ ਚਾਹੁੰਦੇ ਸਨ ਕਿ ਮੈਂ ਉਹਨਾਂ ਦੇ ਕੰਮ ਕਰਾਂ, ਤਾਂ ਉਹਨਾਂ ਨੇ ਮੈਨੂੰ ਪ੍ਰੇਅਰ ਦੇ ਲਈ ਚੁਣਿਆ। ਦਿਨ ਪ੍ਰਤੀ ਦਿਨ ਮੇਰਾ ਸੁਭਾਅ ਹੋਰ ਵੀ ਬਦਲਦਾ ਗਿਆ। ਅੱਜ ਦੇ ਸਮੇਂ ਦੇ ਵਿੱਚ ਅਗਰ ਮੇਰੇ ਸਾਹਮਣੇ ਕਿਸੇ ਦਾ ਸਿਰ ਵੀ ਦੁਖਦਾ ਆ ਨਾ, ਤਾਂ ਉਹਨੂੰ ਵੇਖ ਕੇ ਮੇਰਾ ਖੁਦ ਦਾ ਸਿਰ ਦੁਖਣ ਲੱਗ ਜਾਂਦਾ ਹੈ ਕਿ ਉਹ ਵਿਚਾਰਾ ਕਿੰਨੀ ਮੁਸ਼ਕਿਲ 'ਚ ਆ। ਮੇਰੇ ਤੋਂ ਕਿਸੇ ਦਾ ਦੁੱਖ ਨਹੀਂ ਵੇਖ ਹੁੰਦਾ। ਮੇਰੇ ਸਾਹਮਣੇ ਅਗਰ ਕੋਈ ਰੋਂਦਾ ਆ ਤਾਂ ਮੈਂ ਉਹਦੇ ਨਾਲ ਰੋਣ ਲੱਗ ਜਾਂਦੀ ਹਾਂ। ਮੈਨੂੰ ਮਤਲਬ ਮੈਂ ਇੰਨੀ ਜ਼ਿਆਦਾ ਸੈਂਸਿਟਿਵ ਹੋ ਗਈ ਹਾਂ। ਔਰ ਮੇਰਾ ਜੋ ਬੋਲਣ ਦਾ ਤਰੀਕਾ ਸੀ, ਪਹਿਲਾਂ ਮੈਂ ਜੋ ਮੇਰੇ ਮੂੰਹ 'ਚ ਆਉਂਦਾ ਸੀ ਬੋਲ ਦਿੰਦੀ। ਅੱਜ ਮੈਨੂੰ ਪਰਮੇਸ਼ਰ ਨੇ ਇੰਨਾ ਸਬਰ ਦਿੱਤਾ ਕਿ ਜੇ ਕੋਈ ਮੇਰੀ ਬਿਨਾਂ ਗਲਤੀ ਤੋਂ ਵੀ ਮੈਨੂੰ ਬੋਲ ਜਾਂਦਾ ਤਾਂ ਮੈਂ ਚੁੱਪ ਕਰ ਜਾਂਦੀ ਹਾਂ। ਔਰ ਮੇਰੀ ਇੰਗੇਜਮੈਂਟ ਜ਼ਰੂਰ ਹੋਈ ਸੀ ਲੰਬੇ ਸਮੇਂ ਤੋਂ, ਪਰ ਉਹਦੇ ਵਿੱਚ ਵੀ ਪਰਮੇਸ਼ਰ ਦੀ ਕੋਈ ਯੋਜਨਾ ਸੀ। ਹਜੇ ਤੱਕ ਮੇਰੀ ਮੈਰਿਜ ਨਹੀਂ ਹੋਈ, ਹਜੇ ਤੱਕ ਮੈਂ ਇੰਗੇਜਡ ਹੀ ਹਾਂ, ਪਰ ਮੈਰਿਜ ਨਹੀਂ ਹੋਈ ਮੇਰੀ। ਪਰ ਉਹ ਵੀ ਜਦੋਂ ਪਰਮੇਸ਼ਰ ਚਾਹੇਗਾ ਜ਼ਰੂਰ ਹੋਵੇਗਾ, ਕਿਉਂਕਿ ਸ਼ਾਇਦ ਅਗਰ ਮੇਰੀ ਉਸ ਸਮੇਂ ਦੇ ਵਿੱਚ ਮੈਰਿਜ ਹੋ ਜਾਂਦੀ ਤਾਂ ਹੋ ਸਕਦਾ ਮੈਂ ਘਰ ਦੀਆਂ ਜ਼ਿੰਮੇਵਾਰੀਆਂ 'ਚ ਪੈ ਕੇ ਪ੍ਰਭੂ ਦੇ ਕੰਮ ਦੇ ਵਿੱਚ ਨਾ ਵੱਧ ਪਾਉਂਦੀ। ਤਾਂ ਅੱਜ ਜਿੰਨੇ ਲੋਕ ਮੇਰੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੀਆਂ ਅੱਜ ਗਵਾਹੀਆਂ ਅਸੀਂ ਸੁਣਦੇ ਹਾਂ, ਜੋ ਪ੍ਰਭੂ ਦੀ ਮਹਿਮਾ ਕਰ ਰਹੇ ਨੇ, ਸ਼ਾਇਦ ਮੈਂ ਇਹ ਸਭ ਕੁਝ ਕੰਮ ਛੱਡ ਦਿੰਦੀ, ਪਰ ਸ਼ਾਇਦ ਪਰਮੇਸ਼ਰ ਮੈਨੂੰ ਹੋਰ ਵਧਾਉਣਾ ਚਾਹੁੰਦੇ ਨੇ। ਇਸ ਲਈ ਉਹਨਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਅਜੇ ਇਸ ਮੈਰਿਜ ਵਾਲੇ ਬਟਨ ਨੂੰ ਪੌਜ਼ ਕਰਕੇ ਰੱਖਿਆ। ਔਰ ਸੈਕੰਡਲੀ ਮੈਂ ਕਹਾਂਗੀ ਕਿ ਮੇਰੀ ਜ਼ਿੰਦਗੀ 'ਚ ਬਹੁਤ ਸਾਰੀਆਂ ਗਵਾਹੀਆਂ ਨੇ। ਵੀਡੀਓ ਕਾਫੀ ਲੰਮੀ ਹੋ ਰਹੀ ਸੀ, ਇਸ ਕਰਕੇ ਸਾਰੀਆਂ ਗਵਾਹੀਆਂ ਤਾਂ ਮੈਂ ਨਹੀਂ ਦੱਸਾਂਗੀ, ਪਰ ਇੱਕ ਆਪਾਂ ਗੱਲ ਕੀਤੀ ਸੀ ਕਿ ਮੇਰੀ ਜ਼ਿੰਦਗੀ 'ਚ ਇੱਕ ਬਹੁਤ ਵੱਡਾ ਚਮਤਕਾਰ ਹੋਇਆ ਕਿ ਜਦੋਂ ਅਸੀਂ ਮਸੀਹ ਦੇ ਵਿੱਚ ਐਂਟਰ ਹੋਏ ਆ ਨਾ, ਤਾਂ ਉਦੋਂ ਸਾਡਾ ਮੇਨ ਮਕਸਦ ਇਹੀ ਸੀ, ਸਭ ਦਾ ਹੀ, ਕਿ ਪਰਮੇਸ਼ਰ, ਕਿਉਂਕਿ ਸਾਡੇ ਭੈਣਾਂ ਭਾਈਆਂ ਦੇ ਵਿੱਚ ਆਪਸ 'ਚ ਬਹੁਤ ਪਿਆਰ ਸੀ। ਬਹੁਤ ਸਾਰੇ ਭਰਾ ਹੁੰਦੇ ਜਿਹੜੇ ਬੜੇ ਸਟ੍ਰਿਕਟ ਹੁੰਦੇ, ਆਪਣੀਆਂ ਭੈਣਾਂ ਦੇ ਨਾਲ ਕੁਝ ਜ਼ਿਆਦਾ ਮੇਲ ਮਿਲਾਪ ਨਹੀਂ ਰੱਖਦੇ। ਮੇਰੇ ਭਰਾ ਜਮਾਂ ਕੁੜੀਆਂ ਵਰਗੇ ਸੀ ਸਾਡੇ ਨਾਲ। ਅਸੀਂ ਇੱਕ ਥਾਲੀ ਵਿੱਚ ਖਾਣਾ ਖਾ ਲੈਂਦੇ ਸੀਗੇ, ਇੱਕੋ ਬਿਸਤਰ ਦੇ ਇੱਕੋ ਮੰਜੇ 'ਤੇ ਅਸੀਂ ਚਾਰੇ ਜਣੇ ਇਕੱਠੇ ਵੀ ਪੈ ਕੇ ਮਸਤੀ ਕਰਨੀ। ਸਾਡਾ ਮਤਲਬ ਹੈ ਹੀ ਨਹੀਂ ਸੀਗਾ ਭੈਣਾਂ ਭਰਾਵਾਂ ਵਾਲਾ ਹਿਸਾਬ, ਅਸੀਂ ਭੈਣਾਂ ਹੀ ਸੀ ਸਾਰੀਆਂ, ਇੱਕ ਹਿਸਾਬ ਦੀਆਂ ਲਗਾ ਲਓ। ਤਾਂ ਜਦੋਂ ਉਹ ਮੇਰਾ ਬ੍ਰਦਰ ਸਾਡੇ ਘਰ ਵਿੱਚੋਂ ਗਿਆ, ਤਾਂ ਸਾਡਾ ਮੇਨ ਮਕਸਦ ਇਹੀ ਸੀ ਕਿ ਪਰਮੇਸ਼ਰ ਉਹਨੂੰ ਸਾਨੂੰ ਵਾਪਸ ਕਰ ਦੇ। ਜੋ ਮਰਜ਼ੀ ਕਰ, ਸਾਨੂੰ ਵਾਪਸ ਕਰ ਦੇ, ਕਿਵੇਂ ਵੀ ਕਰ, ਕਿੱਦਾਂ ਵੀ ਕਰ, ਬਸ ਕਰ ਦੇ, ਪਰ ਉਹ ਸਾਨੂੰ ਮੋੜ ਕੇ ਦੇ ਦੇ। ਉਹਨੂੰ ਬਸ ਯਾਦਦਾਸ਼ਤ ਦਵੀਂ ਕਿ ਉਹ ਸਾਨੂੰ ਮੂੰਹੋਂ ਬੋਲ ਕੇ ਕਵੇ ਕਿ ਮੈਂ ਉਹੀ ਯਾਰ, ਮੈਨੂੰ ਪ੍ਰਭੂ ਨੇ ਘੱਲਿਆ ਆ। ਤਾਂ ਸਾਡੇ ਸਭ ਦੇ ਮੂੰਹੋਂ ਇੱਕੋ ਹੀ ਗੱਲ ਨਿਕਲਦੀ ਸੀ, ਔਰ ਇਹ ਮਿਰਾਕਲ ਸਾਡੀ ਜ਼ਿੰਦਗੀ 'ਚ ਹੋਇਆ। ਮੇਰੇ ਮਾਸੀ ਸਨ, ਜਿਨ੍ਹਾਂ ਨੂੰ 12 ਸਾਲ ਤੋਂ ਕੋਈ ਬੱਚਾ ਨਹੀਂ ਸੀ, ਆਲਮੋਸਟ 13 ਸਾਲ ਤੋਂ ਹੀ, ਔਰ ਉਹਨਾਂ ਨੂੰ ਡਾਕਟਰਸ ਵੀ ਜਵਾਬ ਦੇ ਚੁੱਕੇ ਸਨ। ਉਹਨਾਂ ਨੂੰ ਖੁਦ ਨਹੀਂ ਪਤਾ ਉਹ ਕਿੱਦਾਂ ਪ੍ਰੈਗਨੈਂਟ ਹੋਏ। ਅਨਬਲੀਵੇਬਲ ਜੀ ਗੱਲ ਸੀ, ਉਹ ਖੁਦ ਨਹੀਂ ਜਾਣਦੇ ਕਿ ਇਹ ਸਭ ਕਿੱਦਾਂ ਹੋ ਗਿਆ। ਉਹਨਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ। ਫਸਟਲੀ ਉਹਨਾਂ ਦੇ ਘਰ ਬੇਟੀ ਪੈਦਾ ਹੋਈ। ਸਾਨੂੰ ਲੱਗਿਆ ਕਿ ਸ਼ਾਇਦ ਪਰਮੇਸ਼ਰ ਨੇ ਸਾਡੀ ਸੁਣ ਲਈ, ਪਰ ਉਸ ਬੇਟੀ ਤੋਂ ਮਤਲਬ ਸਾਲ ਬਾਅਦ ਹੀ ਮਾਸੀ ਮੇਰੇ ਫਿਰ ਤੋਂ ਪ੍ਰੈਗਨੈਂਟ ਹੋਏ। ਤਾਂ ਉਹ ਕਹਿੰਦੇ ਸੀ ਕਿ ਮੇਰੀ ਬੇਟੀ ਬਹੁਤ ਛੋਟੀ ਯਾਰ, ਮੈਂ ਅਬੋਰਸ਼ਨ ਕਰਵਾ ਦੇਣਾ ਹੈ, ਮਤਲਬ ਮੈਂ 2 ਬੱਚੇ ਇੰਨੀ ਜਲਦੀ ਨਹੀਂ ਸਾਂਭ ਸਕਦੀ। ਤਾਂ ਮੇਰੀ ਮੰਮਾ ਨੇ ਬਹੁਤ ਫੋਰਸਫੁਲੀ ਉਹਨਾਂ ਨੂੰ ਕਿਹਾ ਕਿ ਨਹੀਂ, ਪਰਮੇਸ਼ਰ ਦਾ ਦਿੱਤਾ ਗਿਫਟ ਆ ਇਹ, ਅਸੀਂ ਇਹਨੂੰ ਠੁਕਰਾ ਨਹੀਂ ਸਕਦੇ, ਤੂੰ ਆਣ ਦੇ ਜੋ ਬੱਚਾ ਜ਼ਿੰਦਗੀ 'ਚ ਤੇਰੇ ਆ ਰਿਹਾ। ਇੱਕ ਸਮਾਂ ਉਹ ਸੀ ਜਦੋਂ ਤੂੰ ਤਰਸਦੀ ਸੀ, ਅੱਜ ਤੈਨੂੰ ਪਰਮੇਸ਼ਰ ਨੇ ਦਿੱਤਾ, ਤੂੰ ਇਹਨੂੰ ਆਣ ਦੇ ਜੋ ਆਉਂਦਾ। ਤਾਂ ਪਤਾ ਨਹੀਂ ਕਿਉਂ ਸਾਡੇ ਸਭ ਦੇ ਦਿਲ ਦੇ ਵਿੱਚ ਇੱਕ ਘੰਟੀ ਵੱਜਦੀ ਸੀ ਕਿ ਨਹੀਂ, ਇਹ ਸਾਡਾ ਸੁੱਖ ਆ, ਸੁੱਖ ਵਾਪਸ ਆਏਗਾ ਔਰ ਜ਼ਰੂਰ ਆਏਗਾ। ਪਰਮੇਸ਼ਰ ਨੇ ਸਾਡੀ ਸੁਣੀ ਆ, ਉਹੀ ਆਏਗਾ। ਤਾਂ ਜਦ 11ਵੇਂ ਮਹੀਨੇ ਦੇ ਵਿੱਚ ਮਾਸੀ ਦੀ ਡਿਲੀਵਰੀ ਹੋਈ ਤਾਂ ਉਹਨਾਂ ਨੂੰ ਮੁੰਡਾ ਹੋਇਆ, ਤਾਂ ਮੇਰੀ ਨਾਨੀ ਨੇ ਪਹਿਲੇ ਫਟੀ ਕਿਹਾ ਕਿ ਆਪਣਾ ਸੁੱਖ ਆ ਗਿਆ ਆ। ਔਰ ਸਾਡੇ ਸਾਰਿਆਂ ਦੇ ਮਨ ਵਿੱਚ ਇੱਕ ਖੁਸ਼ੀ, ਇੱਕ ਅਲੱਗ ਜਿਹੀ ਹੋਈ ਕਿ ਸੱਚੀ ਸਾਡਾ ਸੁੱਖ ਆ ਗਿਆ ਵਾਪਸ। ਅਤੇ ਜਦੋਂ ਉਹਨੂੰ ਕੋਈ ਵੀ ਮਿਲਣ ਜਾਂਦਾ ਸੀ, ਉਹਦਾ ਕੋਈ ਰਿਐਕਸ਼ਨ ਨਹੀਂ ਸੀ। ਜਦੋਂ ਮਾਸੀ ਨੇ ਮੰਮੀ ਨਾਲ ਵੀਡੀਓ ਕਾਲ ਉਹਦੀ ਕਰਾਈ ਅਤੇ ਉਹ ਦੇਖ ਕੇ ਇੰਨਾ ਜ਼ਿਆਦਾ ਰੋਇਆ, ਤਾਂ ਪਤਾ ਨਹੀਂ ਕਿਉਂ ਫਿਰ ਸਾਡੇ ਦਿਲ 'ਚ ਇਹ ਗੱਲ ਹੋਈ ਕਿ ਸ਼ਾਇਦ ਇਹ ਸੁੱਖ ਆ, ਪਰਮੇਸ਼ਰ ਨੇ ਸਾਡੀ ਸੁਣ ਲਈ ਆ। ਜਦ ਅਸੀਂ ਉਹਨੂੰ ਛੂਹਿਆ ਨਾ, ਤਾਂ ਉਹਦੀ ਚੈਸਟ ਤੁਸੀਂ ਦੇਖੋ, 3 ਮਹੀਨੇ ਬੱਚੇ ਦੀ ਚੈਸਟ ਕਿੰਨੀ ਕੁ ਹੋਵੇਗੀ। ਮੇਰਾ ਬ੍ਰਦਰ ਜਿਮ ਲਾਉਂਦਾ ਸੀ, ਉਹਦੀ ਚੈਸਟ ਬਹੁਤ ਸਟਰੋਂਗ ਸੀਗੀ, ਔਰ ਉਹਨੂੰ ਹੱਥ ਲਗਾਉਂਦੇ ਇੱਦਾਂ ਲੱਗਦਾ ਕਿ ਉਹ ਕਿਸੇ ਜਿਮ ਵਾਲੇ ਬੰਦੇ ਦੀ ਚੈਸਟ ਆ। ਉਹਦੇ ਸ਼ੋਲਡਰ ਹਜੇ 4 ਮਹੀਨੇ ਦਾ, ਉਹਦੇ ਸ਼ੋਲਡਰ ਔਰ ਲੈਗਸ ਦੀ ਸ਼ੇਪ ਇੰਨੀ ਸੋਹਣੀ ਆ ਕਿ ਜਿੱਦਾਂ ਉਹ ਕਿਸੇ ਜਿਮ ਵਾਲੇ ਬੰਦੇ ਦੀ ਹੁੰਦੀ। ਔਰ ਤੀਸਰੀ ਗੱਲ ਮਾਸੀ ਦੱਸਦੇ ਕਿ ਜਦੋਂ ਵੀ ਉਹਨੂੰ ਨਹਾਉਣ ਦੇ ਲਈ ਲੈ ਕੇ ਜਾਂਦੇ ਨੇ, ਉਹ ਪਾਣੀ ਨੂੰ ਵੇਖ ਕੇ ਬਹੁਤ ਡਰਦਾ ਹੈ ਔਰ ਤੜਫਦਾ ਆ, ਪਾਣੀ ਦੇ ਨੇੜੇ ਨਹੀਂ ਜਾਂਦਾ। ਮੇਰੇ ਭਰਾ ਨੂੰ ਪਾਣੀ ਤੋਂ ਬਹੁਤ ਡਰ ਲੱਗਦਾ ਸੀ। ਔਰ ਦੇਖੋ
किस्मत ਉਹਦੀ ਕਿ ਪਾਣੀ ਵਿੱਚ ਹੀ ਉਹਦੀ ਮੌਤ ਹੋਈ ਸੀ। ਔਰ ਉਹ ਬੱਚਾ ਵੀ ਜੋ ਹੈ ਨਾ ਪਾਣੀ ਨੂੰ ਵੇਖ ਕੇ ਬਹੁਤ ਡਰਦਾ ਆ। ਔਰ ਜਿਸ ਦਿਨ ਫਸਟ ਟਾਈਮ ਮਾਸੀ ਸਾਡੇ ਘਰ ਦੇ ਵਿੱਚ ਉਹਨਾਂ ਨੂੰ ਲੈ ਕੇ ਆਏ ਤਾਂ ਪਹਿਲਾਂ ਉਹ ਆਰਾਮ ਨਾਲ ਬੈਠਾ ਆਇਆ, ਘਰ ਦੇ ਵਿੱਚ ਵੜਦੇ ਹੀ ਉਹ ਰੋਣ ਲੱਗਾ, ਬਹੁਤ ਜ਼ੋਰ ਜ਼ੋਰ ਨਾਲ ਰੋਣ ਲੱਗ ਗਿਆ। ਅਤੇ ਫਿਰ ਉਸ ਤੋਂ ਬਾਅਦ ਫਿਰ ਉਹ ਸ਼ਾਂਤ ਹੋ ਗਿਆ। ਮੇਰੇ ਡੈਡੀ ਸ਼ਾਮ ਨੂੰ ਹਨੇਰੇ ਹੋਏ ਘਰ ਆਏ ਤਾਂ ਜਦੋਂ ਮੇਰੇ ਡੈਡੀ ਨੇ ਉਹਨੂੰ ਚੱਕਿਆ ਉਹ ਫਿਰ ਤੋਂ ਰੋਣ ਲੱਗਿਆ। ਮਤਲਬ ਇਹ ਸਾਰੀਆਂ ਗੱਲਾਂ ਤੋਂ ਸਾਨੂੰ ਇਹ ਲੱਗਦਾ ਆ ਕਿ ਸਾਡੇ ਪਰਮੇਸ਼ਰ ਨੇ ਸਾਡੀ ਸੁਣ ਲਈ ਆ। ਮੈਨੂੰ ਪੂਰਾ ਯਕੀਨ ਆ ਕਿ ਉਹ ਮੇਰਾ ਭਰਾ ਹੋਇਆ, ਉਹ ਸਾਡੇ ਪਰਮੇਸ਼ਰ ਨੇ ਸਾਨੂੰ ਮੋੜ ਦਿੱਤਾ ਆ। ਹਜੇ ਉਹ ਸਿਰਫ 5 ਮਹੀਨੇ ਦਾ, ਸਾਨੂੰ ਬਹੁਤ ਬੇਸਬਰੀ ਨਾਲ ਵੇਟ ਆ ਉਹ ਕਦੋਂ ਬੋਲੇਗਾ, ਕਦੋਂ ਸਾਨੂੰ ਦੱਸੇਗਾ ਕਿ ਮੈਨੂੰ ਪਰਮੇਸ਼ਰ ਨੇ ਭੇਜਿਆ ਆ। ਪਰ ਅੱਜ ਮੈਂ ਮਤਲਬ ਇਸ ਗੱਲ ਨੂੰ ਇਸ ਲਈ ਦੱਸ ਰਹੀ ਹਾਂ ਕਿਉਂਕਿ ਵਿਸ਼ਵਾਸ ਦੀ ਗਵਾਹੀ ਹੈ, ਇਹ ਸੱਚ ਆ। ਔਰ ਵਿਸ਼ਵਾਸ ਦੀ ਗਵਾਹੀ ਜੋ ਹੁੰਦੀ ਹੈ ਪਰਮੇਸ਼ਰ ਕਹਿੰਦਾ ਉਹਨੂੰ ਜ਼ਰੂਰ ਦੱਸਣਾ ਚਾਹੀਦਾ। ਮੈਂ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਇਸ ਲਈ ਦੱਸੀਆਂ ਕਿਉਂਕਿ ਪਰਮੇਸ਼ਰ ਸਾਨੂੰ ਵਚਨ ਕਹਿੰਦਾ ਕਿ ਮੈਂ ਤੁਹਾਨੂੰ ਨਰਕ ਦੇ ਖੱਡੇ ਵਿੱਚੋਂ ਕੱਢ ਕੇ, ਮਤਲਬ ਮੈਂ ਤੁਹਾਨੂੰ ਰੂੜੀ ਤੋਂ ਚੱਕ ਕੇ ਪਤਵੰਤਾਂ 'ਚ ਬਿਠਾਵਾਂਗਾ। ਅੱਜ ਪਰਮੇਸ਼ਰ ਨੇ ਸਾਡੇ ਨਾਲ ਉਹ ਕੀਤਾ ਹੈ। ਅੱਜ ਸਾਡੇ ਘਰ ਦੇ ਵਿੱਚ ਕਿਸੇ ਭਲੀ ਵਸਤੂ ਦੀ ਕਮੀ ਘਟੀ ਨਹੀਂ ਹੈ। ਸਾਡੇ ਘਰ ਦੇ ਖਰਚੇ ਵਧੀਆ ਨਿਕਲ ਰਹੇ ਨੇ, ਸਾਡੇ ਸਾਰੇ ਕੰਮ ਸਹੀ ਚੱਲ ਰਹੇ ਨੇ। ਔਰ ਮੈਂ ਜੀ ਮੇਰੀ ਮੰਮੀ ਨੂੰ ਸਭ ਤੋਂ ਫਿਕਰ ਸੀ ਕਿ ਇਹ ਇੰਨੀ ਵਿਗੜੀ ਹੋਈ ਹੈ, ਘਰ ਦੇ ਕੰਮ ਨਹੀਂ ਕਰਦੀ। ਵਿਗੜੀ ਹੋਈ ਦਾ ਮਤਲਬ ਸੀ ਕਿ ਮੈਂ ਜ਼ਿੱਦੀ ਬਹੁਤ ਸੀ, ਕੰਮ ਕਾਰ ਨਹੀਂ ਸੀ ਕਰਦੀ, ਕਿਸੇ ਦੀ ਫਿਕਰ ਨਹੀਂ ਸੀ ਮੈਨੂੰ। ਔਰ ਅੱਜ ਮੈਨੂੰ ਕਿਸੇ ਓਪਰੇ ਦੀ ਵੀ ਫਿਕਰ ਹੋ ਜਾਂਦੀ ਹੈ। ਅਗਰ ਮੈਨੂੰ ਕੋਈ ਪ੍ਰੇਅਰ ਕਰਨ ਦੇ ਲਈ ਫ਼ੋਨ ਲਾਉਂਦਾ, ਅਗਰ ਉਹ ਜ਼ਿਆਦਾ ਸੀਰੀਅਸ ਹੁੰਦੇ ਨੇ ਤਾਂ ਮੈਂ ਉਹਨਾਂ ਨੂੰ ਬੈਕ ਕਾਲ ਕਰਕੇ ਪੁੱਛਦੀ ਹਾਂ ਕਿ ਕੀ ਤੁਸੀਂ ਠੀਕ ਹੋ। ਮਤਲਬ ਸਾਡੇ ਘਰ ਦੇ ਵਿੱਚ ਮੈਂ ਇਸ ਹੱਦ ਤੱਕ ਬਦਲ ਗਈ ਹਾਂ ਜੋ ਮੇਰੇ ਘਰਦਿਆਂ ਦੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ। ਔਰ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਗਵਾਹੀਆਂ ਨੇ। ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਗਈ ਹੈ ਤਾਂ ਉਹ ਗਵਾਹੀਆਂ ਵੀ ਫਿਰ ਕਿਸੇ ਦਿਨ ਜ਼ਰੂਰ ਬਣਾਵਾਂਗੇ। ਇਹ ਮੇਰੀ ਲਾਈਫ ਦੀ ਸਟੋਰੀ ਸੀ ਤਾਂ ਆਈ ਹੋਪ ਕਿ ਤੁਹਾਨੂੰ ਸਭ ਨੂੰ ਇਹ ਸਭ ਸੁਣ ਕੇ ਕੁਛ ਉਮੀਦ ਮਿਲੀ ਹੋਵੇ। ਜੋ ਥੱਕੇ ਅਤੇ ਸੱਚੀ ਭਾਰ ਹੇਠਾਂ ਦੱਬੇ ਹੋਏ ਹਨ, ਜਿਨ੍ਹਾਂ ਦੀ ਹਾਲਤ ਸੱਚਮੁੱਚ ਸਾਡੇ ਵਰਗੀ ਆ, ਤਾਂ ਉਹ ਸਾਰੇ ਇਸ ਚੀਜ਼ ਨੂੰ ਸੁਣ ਕੇ ਆਈ ਹੋਪ ਕਿ ਤੁਹਾਨੂੰ ਖੁਸ਼ੀ ਵੀ ਹੋਈ ਹੋਵੇ ਔਰ ਇੱਕ ਉਮੀਦ ਵੀ ਮਿਲੀ ਹੋਵੇ ਕਿ ਅਗਰ ਇਹਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਤਾਂ ਸਾਡੀ ਵੀ ਬਦਲੇਗੀ। ਔਰ ਜਿਨ੍ਹਾਂ ਭੈਣਾਂ ਨੇ ਵੀ ਵਿਸ਼ਵਾਸ ਦੇ ਨਾਲ, ਭਰਾਵਾਂ ਨੇ ਵਿਸ਼ਵਾਸ ਦੇ ਨਾਲ ਇਸ ਚੀਜ਼ ਨੂੰ ਸੁਣਿਆ, ਮੈਂ ਵਿਸ਼ਵਾਸ ਕਰਦੀ ਹਾਂ ਕਿ ਪ੍ਰਭੂ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਕੰਮ ਕਰਨਗੇ। ਮੈਂ ਸੱਚਮੁੱਚ ਉਸ ਪਰਮੇਸ਼ਰ ਦਾ ਬਹੁਤ ਦਿਲ ਤੋਂ ਧੰਨਵਾਦ ਕਰਦੀ। ਉਹਨਾਂ ਨੇ ਮੇਰੇ ਸਾਰੇ ਡਾਊਟ ਕਲੀਅਰ ਕੀਤੇ, ਮੇਰੇ ਪਰਿਵਾਰ ਨੂੰ, ਮੇਰੇ ਘਰ ਨੂੰ ਪੂਰੇ ਤਰੀਕੇ ਦੇ ਨਾਲ ਬਦਲ ਦਿੱਤਾ। ਸਾਨੂੰ ਉਸ ਨਰਕ ਵਰਗੀ ਜ਼ਿੰਦਗੀ ਤੋਂ, ਪਾਪਾਂ ਵਾਲੀ ਜ਼ਿੰਦਗੀ ਤੋਂ, ਉਸ ਚੋਰਾਂ ਵਰਗੀ ਜ਼ਿੰਦਗੀ ਤੋਂ, ਉਸ ਧੋਖੇਬਾਜ਼ਾਂ ਦੇ ਹੱਥਾਂ ਦੇ ਵਿੱਚੋਂ ਬਚਾ ਲਿਆ। ਔਰ ਸੱਚਮੁੱਚ ਅੱਜ ਉਸ ਪਰਮੇਸ਼ਰ ਨੇ ਸਾਨੂੰ ਆਪਣੇ ਖੰਭਾਂ ਦੇ ਹੇਠਾਂ ਢੱਕਿਆ ਹੈ। ਉਹਨਾਂ ਦੇ ਦੂਤ ਸਾਡੀ ਰੱਖਿਆ ਕਰਦੇ ਨੇ। ਇਹਨਾਂ ਸਾਰੀਆਂ ਚੰਗੀਆਂ ਵੱਡੀਆਂ ਛੋਟੀਆਂ ਗੱਲਾਂ ਦੇ ਲਈ ਮੈਂ ਆਪਣੇ ਪਰਮੇਸ਼ਰ ਦਾ ਬਹੁਤ ਦਿਲ ਤੋਂ ਧੰਨਵਾਦ ਕਰਦੀ ਹਾਂ। ਔਰ ਮੈਂ ਚਾਹੁੰਦੀ ਹਾਂ ਕਿ ਪਰਮੇਸ਼ਰ ਇਸੇ ਤਰ੍ਹਾਂ ਹਰ ਇੱਕ ਨੂੰ ਸੰਭਾਲੇ ਔਰ ਹਰ ਇੱਕ ਨੂੰ ਇਸ ਨਰਕ ਦੇ ਖੱਡੇ ਦੇ ਵਿੱਚੋਂ ਬਾਹਰ ਲੈ ਕੇ ਆਵੇ। ਅੱਜ ਦੇ ਲਈ ਨਹੀਂ, ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ।